ਜਿਹੜੀਆਂ ਇਹ 40 ਜਥੇਬੰਦੀਆਂ ਹੈਗੀਆਂ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਜਥੇਬੰਦੀਆਂ ਦੇ ਨਾਲ ਸੰਬੰਧਿਤ ਜਿਹੜਾ ਯੂਥ ਹੈਗਾ ਆ ਉਹੀ ਬੋਲ ਰਿਹਾ ਇੱਥੇ। ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ, ਜੀ ਸਦਕੇ ਕਰੋ, ਕੋਈ ਗੱਲ ਨਹੀਂ, ਸਾਨੂੰ ਕੋਈ ਸਮੱਸਿਆ ਨਹੀਂ ਹੈਗੀ। ਪਰ ਜਿਹੜਾ 7 ਕਿਲੋਮੀਟਰ ਦੇ ਏਰੀਏ ਦੇ ਵਿੱਚ ਤੁਹਾਡੇ ਨਾਲ ਲੜਨ ਲਈ ਆ ਕੇ ਬੈਠਾ ਆ ਉਹਦੇ ਨਾਲ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ। ਸੈਨਾਪਤੀ ਤੇ ਸੈਨਾ ਦੇ ਵਿੱਚ ਇਕਸੁਰਤਾ ਨਹੀਂ ਹੋਏਗੀ ਤਾਂ ਜੰਗ ਕਦੇ ਵੀ ਜਿੱਤੀ ਨਹੀਂ ਜਾ ਸਕਦੀ। ਤਾਲਮੇਲ ਦੀ ਘਾਟ ਜਿਹੜੀ ਹੈਗੀ ਆ ਉਹ ਸਾਡੀ ਸਭ ਤੋਂ ਵੱਡੀ ਜਿਹੜੀ ਹੈਗੀ ਉਹ ਖਾਮੀ ਬਣੀ ਹੋਈ ਹੈ ਇਸ ਵਕਤ। ਕੋਈ ਵੀ ਪੰਜਾਬ ਦਾ ਟਰੈਕਟਰ ਆ ਜਿਹੜਾ ਉਹ ਘਰੇ ਨਹੀਂ ਰਹਿਣਾ ਚਾਹੀਦਾ। ਤਾਂ ਕੀ ਅਸੀਂ ਉਹ ਪੰਜਾਬ ਦਾ ਕੱਲਾ ਟਰੈਕਟਰ ਸਰਕਾਰ ਦੇ ਦਿੱਤੇ ਹੋਏ ਰੂਟ ਦੇ ਉੱਤੇ ਪਰੇਡ ਕਰਨ ਲਈ ਬੁਲਾਇਆ? ਸਰਕਾਰ ਨੂੰ ਅਸੀਂ ਗੋਡਿਆਂ ਪਰਨੇ ਕਰਨ ਦੀ ਗੱਲ ਕਰਦੇ ਆ ਤੇ ਉਹ ਸਰਕਾਰੀ ਰੂਟ ਦੇ ਪਰੇਡ ਕਰਕੇ ਸਰਕਾਰ ਗੋਡਿਆਂ ਪਰਨੇ ਹੋਣੀ ਆ। ਸਾਨੂੰ ਲੱਗਦਾ ਕਿ ਜੇਕਰ ਪੂਰਨ ਤੌਰ ਤੇ ਨੌਜਵਾਨਾਂ ਦੀ ਇਹ ਸਟੇਜ ਰੱਖੀ ਗਈ ਆ ਤਾਂ ਸਾਨੂੰ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ। ਅਸੀਂ ਵੀ ਬੋਲਣਾ ਚਾਹੁੰਦੇ ਹਾਂ, ਅਸੀਂ ਵੀ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ। ਕੋਈ ਨੌਜਵਾਨਾਂ ਦਾ ਸਟੇਜ ਨਹੀਂ ਹੈ ਇਹ ਜੀ, ਇਹਨਾਂ ਦਾ ਆਪਦਾ ਹੀ ਹੈ। ਜਿਵੇਂ ਰੋਜ਼ ਦੀ ਤਰ੍ਹਾਂ ਚੱਲਦਾ ਅੱਜ ਵੀ ਉਹੀ ਕੁਛ ਹੈ। ਸਿਰਫ ਇੱਕ ਡਰਾਮਾ ਰਚਿਆ ਗਿਆ ਇਹਨਾਂ ਵੱਲੋਂ। ਇਹਨਾਂ ਨੇ ਲੋਕਾਂ ਦੇ ਵਿੱਚ ਵਿਚਰਨ ਨਾਲੋਂ ਇਹ ਜ਼ਿਆਦਾ ਜ਼ਰੂਰੀ ਸਮਝਿਆ ਕਿ ਅਸੀਂ ਆਉਣ ਵਾਲੇ ਟਾਈਮ 'ਚ ਹੀਰੋ ਕਿਵੇਂ ਬਣਨਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ। ਸਿੰਘੂ ਬਾਰਡਰ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜਾ 26 ਫਰਵਰੀ ਆ ਉਹ ਨੌਜਵਾਨਾਂ ਦੇ ਹੱਕ 'ਚ ਮਨਾਇਆ ਜਾਊਗਾ। ਨੌਜਵਾਨਾਂ ਨੂੰ ਸਮਰਥਨ ਕੀਤਾ ਜਾਊਗਾ। ਅੱਜ ਦੀ ਸਟੇਜ ਹੈ ਜਿਹੜੀ ਨੌਜਵਾਨਾਂ ਨੂੰ ਸਮਾਈ ਜਾਊਗੀ। ਸਾਡੇ ਨਾਲ ਕੁਝ ਨੌਜਵਾਨ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪ੍ਰਭਜੋਤ ਸਿੰਘ ਘੱਗਾ, ਸਹਾਇਕ ਪ੍ਰੋਫੈਸਰ ਖਾਲਸਾ ਕਾਲਜ ਪਟਿਆਲਾ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਜੀ? ਅੱਜ ਕਿਹਾ ਗਿਆ ਸੀਗਾ ਜਿਹੜੀ 26 ਤਰੀਕ ਦੀ ਸਟੇਜ ਹੈ, 26 ਫਰਵਰੀ ਦੀ, ਉਹ ਨੌਜਵਾਨਾਂ ਨੂੰ ਸਮਾਈ ਜਾਊਗੀ। ਨੌਜਵਾਨ ਇੱਥੋਂ ਸੰਬੋਧਨ ਕਰਨਗੇ। ਕੀ ਲੱਗ ਰਿਹਾ ਅੱਜ ਕਿੱਦਾਂ ਦਾ ਹਾਲਾਤ ਨੇ? ਦੇਖੋ, ਬੜੀ ਖੁਸ਼ੀ ਦੀ ਲਹਿਰ ਸੀਗੀ ਨੌਜਵਾਨਾਂ ਦੇ ਵਿੱਚ ਵੀ ਜਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਨੌਜਵਾਨਾਂ ਨੂੰ ਸਮਰਪਿਤ ਕੀਤੀ ਜਾਊਗੀ ਤੇ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਸੀ ਵੀ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੂਗਾ। ਉਹਨਾਂ ਦੇ ਵਿੱਚ ਖੁਸ਼ੀ ਕਿਉਂ ਸੀ? ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਆਪਾਂ ਦਿੱਲੀ ਮਤਲਬ ਅੰਦੋਲਨ ਦੇ ਵਿੱਚ ਬੈਠੇ ਹਾਂ ਵੱਖ-ਵੱਖ ਬਾਰਡਰਾਂ ਦੇ ਉੱਤੇ। ਤਾਂ ਪਿਛਲੇ 3 ਮਹੀਨਿਆਂ ਤੋਂ ਸਾਰੇ ਅੰਦੋਲਨਕਾਰੀਆਂ ਦੇ ਵਿੱਚ ਤੇ ਅੰਦੋਲਨ ਦੇ ਜਿਹੜੀਆਂ 40 ਕਿਸਾਨ ਜਥੇਬੰਦੀਆਂ ਹਰਿਆਣੇ ਪੰਜਾਬ ਦੀਆਂ ਤੇ ਦੂਜੇ ਸੂਬਿਆਂ ਦੀਆਂ, ਉਹਨਾਂ ਦੇ ਵਿੱਚ ਆਪਸੀ ਤਾਲਮੇਲ ਦੀ ਬਹੁਤ ਵੱਡੀ ਘਾਟ ਸੀਗੀ। ਕਿਸਾਨ ਆਗੂਆਂ ਦੀ ਪਹੁੰਚ ਅੰਦੋਲਨਕਾਰੀਆਂ ਤੱਕ ਨਹੀਂ ਸੀਗੀ, ਖਾਸ ਕਰਕੇ ਨੌਜਵਾਨਾਂ ਤੱਕ, ਤੇ ਅੰਦੋਲਨਕਾਰੀਆਂ ਦੀ ਪਹੁੰਚ ਸਟੇਜ ਤੱਕ ਹੈ ਨਹੀਂ ਸੀਗੀ। ਤੇ ਨੌਜਵਾਨਾਂ ਦਾ ਵੀ ਤਾਲਮੇਲ, ਜਿਵੇਂ ਕਹਿ ਲਈਏ ਕਿ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਬਹੁਤ ਗਿਣਤੀ ਜਿਹੜੇ ਆਗੂ ਨੇ ਉਹ ਬਜ਼ੁਰਗ ਕਿਸਾਨ ਹੈਗੇ ਆ, ਉਹ ਇੱਕ ਏਜ ਦਾ ਗੈਪ ਹੋਣ ਕਰਕੇ ਇੱਕ ਤਾਲਮੇਲ ਨਹੀਂ ਸੀ ਆਪਸ 'ਚ ਬਣਦਾ। ਤਾਂ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀਗੀ ਕਿ ਸਾਨੂੰ ਉੱਥੇ ਆਪਣੀ ਗੱਲ ਕਹਿਣ ਦਾ ਮੌਕਾ ਮਿਲੇਗਾ। ਜਦੋਂ ਸਟੇਜ ਤੇ ਬੋਲਾਂਗੇ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਹੈਗੇ ਆ ਉਹਨਾਂ ਨੂੰ ਸਾਡੀ ਭਾਵਨਾ ਦਾ ਪਤਾ ਲੱਗੇਗਾ ਅਸੀਂ ਕਹਿਣਾ ਕੀ ਚਾਹੁੰਦੇ ਆ। ਪਰ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆ ਅਸੀਂ ਇਹ ਮਹਿਸੂਸ ਕੀਤਾ ਆ ਕਿ ਜਿਹੜੀਆਂ ਇਹ 40 ਜਥੇਬੰਦੀਆਂ ਹੈਗੀਆਂ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਜਥੇਬੰਦੀਆਂ ਦੇ ਨਾਲ ਸੰਬੰਧਿਤ ਜਿਹੜਾ ਯੂਥ ਹੈਗਾ ਆ ਉਹੀ ਬੋਲ ਰਿਹਾ ਇੱਥੇ, ਉਹੀ ਸਟੇਜ ਦੇ ਉੱਤੇ ਬੈਠਾ, ਉਹੀ ਇੱਥੇ ਗੱਲ ਕਰ ਰਿਹਾ। ਜਿਹੜਾ ਆਮ ਯੂਥ, ਆਮ ਨੌਜਵਾਨ ਆ, ਜਿਹੜਾ ਸਮਝਣ ਦੀ ਲੋੜ ਤਾਂ ਉਹ ਜਿਹੜਾ ਮਤਲਬ ਕਿ ਉਹਨਾਂ ਨਾਲ ਸੰਬੰਧਿਤ ਨੌਜਵਾਨ ਆ ਉਹਦੇ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਆ ਪਹਿਲਾਂ ਹੀ ਵੀ ਆਹ ਬੰਦਾ ਸਾਡੇ ਨਾਲ ਬਲਾਕ ਪ੍ਰਧਾਨ ਆ, ਸਾਡਾ ਤਹਿਸੀਲ ਪ੍ਰਧਾਨ ਆ, ਸਾਡਾ ਜ਼ਿਲ੍ਹਾ ਪ੍ਰਧਾਨ ਆ, ਜਿਹੜਾ ਸਾਡਾ ਸੂਬਾ ਕਮੇਟੀ ਦਾ ਮੈਂਬਰ ਆ। ਜਿਹੜਾ ਆਮ ਆਵਾਮ ਆ, ਤਾਲਮੇਲ ਤਾਂ ਅਸਲ 'ਚ ਉਹਦੇ ਨਾਲ ਬਿਠਾਉਣ ਦੀ ਲੋੜ ਆ ਜਿਹੜਾ ਕਿ ਪਿਛਲੇ 3 ਮਹੀਨਿਆਂ ਤੋਂ ਨਹੀਂ ਬਿਠਾਇਆ ਜਾ ਰਿਹਾ। ਉਹਨੂੰ ਤਾਂ ਗੱਲ ਕਹਿਣ ਦਾ ਮੌਕਾ ਮਿਲ ਹੀ ਨਹੀਂ ਰਿਹਾ। ਤਾਂ ਫਿਰ ਅਸਲ ਦੇ ਵਿੱਚ ਇੱਕ ਫਾਰਮੈਲਿਟੀ ਜਿਹੜੀ ਹੈਗੀ ਉਹ ਲੱਗ ਰਹੀ ਹੈ ਇੱਥੇ ਕਿ ਇੱਕ ਰਸਮ ਕੀਤੀ ਜਾ ਰਹੀ ਹੈ ਯੂਥ ਡੇ ਮਨਾਉਣ ਦੀ। ਪਰ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹ ਬਾਰ-ਬਾਰ ਇਹੀ ਕਹਿੰਦੇ ਨੇ ਕਿ ਕੋਈ ਵੀ ਸਾਤੋਂ ਬਾਹਰ ਨਹੀਂ ਹੈਗਾ ਨੌਜਵਾਨ ਆ। ਜਿਹੜਾ ਕੁਝ ਨੌਜਵਾਨ ਨੇ ਜਿਹੜੇ ਹੁੱਲੜਬਾਜੀ ਕਰਦੇ ਨੇ ਉਹੀ ਇੱਥੋਂ ਬਾਹਰ ਨੇ, ਬਾਕੀ ਸਾਰੇ ਸਾਡੇ ਨਾਲ ਨੇ। ਜਿੱਥੇ ਮਰਜ਼ੀ ਦੇਖ ਲਓ ਤੁਸੀਂ, ਨੌਜਵਾਨ ਸਾਡੇ ਨਾਲ ਨੇ। ਇਹੀ ਬਾਰ-ਬਾਰ ਕਿਹਾ ਜਾਂਦਾ। ਕਿਸਾਨ ਜਥੇਬੰਦੀਆਂ ਦੀ ਜਿਹੜੀ ਅਗਵਾਈ ਆ ਉਹਦੇ ਵਿੱਚ ਤਮਾਮ ਕਮੀਆਂ ਕਮਜ਼ੋਰੀਆਂ ਹੋਣ ਦੇ ਬਾਵਜੂਦ ਵੀ ਮੈਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਨੌਜਵਾਨ ਈਵਨ ਕਿ ਅੰਦੋਲਨਕਾਰੀ ਜਿਹੜਾ ਵੀ ਹੈ ਇੱਥੇ ਕੱਲਾ ਅੰਦੋਲਨਕਾਰੀ ਜਿਹੜਾ ਉਹ ਜਥੇਬੰਦੀਆਂ ਦੇ ਨਾਲ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜਾ ਉਹ, ਠੀਕ ਹੈ। ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਉਹ ਕਹਿੰਦੇ ਕੀ ਆ। ਜਿਹੜਾ ਬੰਦਾ ਉਹਨਾਂ ਨੂੰ ਸਵਾਲ ਕਰਦਾ, ਜਿਹੜਾ ਉਹ ਕਹਿੰਦੇ ਵੀ ਸਾਡੇ ਤੋਂ ਬਾਹਰ ਨਹੀਂਗਾ, ਉਹ ਬਾਹਰ ਇਹ ਨਹੀਂਗਾ ਵੀ ਉਹਨਾਂ ਦੀ ਅਗਵਾਈ ਨੂੰ ਕਬੂਲਦਾ ਤਾਂ ਹੈਗਾ ਵੀ ਇਹ ਉਹਨਾਂ ਦੀ ਅਗਵਾਈ ਦੇ ਨਾਲ ਇੰਨ ਬਿੰਨ ਸਹਿਮਤ ਆ। ਇਹਦਾ ਮਤਲਬ ਇਹ ਨਹੀਂ ਹੈਗਾ ਇੰਨ ਬਿੰਨ ਸਹਿਮਤ ਨਹੀਂ ਹੈਗਾ। ਸਹਿਮਤੀ ਬਹੁਤ ਥਾਵਾਂ ਦੇ ਉੱਤੇ ਹੈਗੀ ਆ, ਪਰ ਉਹ ਹਰੇਕ ਅੰਦੋਲਨਕਾਰੀ ਅੰਦੋਲਨ ਦੇ ਲਈ ਫਿਕਰਮੰਦ ਆ। ਉਹਨੂੰ ਇਹ ਲੱਗਦਾ ਵੀ ਕਿਤੇ ਸਾਡਾ ਅੰਦੋਲਨ ਟੁੱਟੇ ਨਾ, ਸਾਡਾ ਅੰਦੋਲਨ ਪਛਾਣ ਨੂੰ ਨਾ ਚੱਲ ਜਾਵੇ, ਸਾਡੇ ਅੰਦੋਲਨ ਦੇ ਵਿੱਚ ਦਫਾੜ ਨਾ ਪਵੇ। ਇਸ ਕਰਕੇ ਉਹ ਉਹਨਾਂ ਦੀ ਅਗਵਾਈ ਕਬੂਲਦਾ, ਪਰ ਅਸਹਿਮਤੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੈਗੀ ਹੈ ਔਰ ਉਹਨਾਂ ਅਸਹਿਮਤੀਆਂ ਨੂੰ ਇਹ ਰਿਕੋਗਨਾਈਜ਼ ਨਹੀਂ ਕਰ ਰਹੇ। ਉਹਨਾਂ ਜਿਹੜੀ ਅਸਹਿਮਤੀ ਆ ਉਹਨੂੰ ਹੁੱਲੜਬਾਜੀ ਕਿਹਾ ਜਾ ਰਿਹਾ। ਅਸਲ ਦੇ ਵਿੱਚ ਅਸਹਿਮਤੀ ਨੂੰ ਹੁੱਲੜਬਾਜੀ ਕਿਹਾ ਜਾ ਰਿਹਾ ਔਰ ਉਹ ਅਸਹਿਮਤੀ ਜਿਹੜੀ ਹੈਗੀ ਆ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦੇ ਉੱਤੇ ਵੀ ਸੰਘਰਸ਼ ਦਾ ਰਾਹ ਕੀ ਹੋਣਾ ਚਾਹੀਦਾ। ਉਹ ਅੰਦੋਲਨਕਾਰੀਆਂ ਨੂੰ ਤੇ ਅੰਦੋਲਨ ਦੇ ਆਗੂਆਂ ਨੂੰ ਆਪਸ 'ਚ ਰਲ ਮਿਲ ਕੇ ਬਹਿ ਕੇ ਉਹ ਸਾਂਝਾ ਰਾਹ ਅਖਤਿਆਰ ਕਰਨਾ ਚਾਹੀਦਾ ਜਿਹੜਾ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਵੇ। ਤੇ ਉਹ ਰਾਹ ਤਾਂ ਅਖਤਿਆਰ ਹੋਏਗਾ ਜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਤੇ ਅੰਦੋਲਨਕਾਰੀਆਂ ਦੇ ਵਿੱਚ ਹਰ ਟਰਾਲੀ ਤੱਕ ਜਿਹੜਾ ਹੈਗਾ ਉਹ ਤਾਲਮੇਲ ਬੈਠੇ। ਅੰਦੋਲਨਕਾਰੀ ਜਿਹੜੇ ਹੈਗੇ ਆ ਉਹ 7 ਕਿਲੋਮੀਟਰ ਦੇ ਏਰੀਏ ਤੱਕ ਫੈਲੇ ਹੋਏ ਆ।
ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਜੀ ਸਦਕੇ ਕਰੋ, ਕੋਈ ਗੱਲ ਨਹੀਂ, ਸਾਨੂੰ ਕੋਈ ਸਮੱਸਿਆ ਨਹੀਂ ਹੈਗੀ। ਪਰ ਜਿਹੜਾ 7 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਹਾਡੇ ਨਾਲ ਲੜਨ ਲਈ ਆ ਕੇ ਬੈਠਾ ਆ, ਉਹਦੇ ਨਾਲ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ। ਆਪਾਂ ਜਗਰਾਉਂ ਰੈਲੀ ਕਰ ਰਹੇ ਹਾਂ, ਆਪਾਂ ਬਰਨਾਲੇ ਰੈਲੀ ਕਰ ਰਹੇ ਹਾਂ, ਪੰਜਾਬ ਦੇ ਹੋਰ ਥਾਵਾਂ ਦੇ ਉੱਤੇ ਰੈਲੀਆਂ ਕਰ ਰਹੇ ਹਾਂ। ਤਾਂ ਜਿਹੜਾ ਤੁਹਾਡੇ ਕੋਲ ਆ ਕੇ ਬੈਠਾ, ਘਰ-ਬਾਰ ਛੱਡ ਕੇ, ਆਪਣਾ ਸਮਾਂ ਛੱਡ ਕੇ, ਆਪਣਾ ਕੰਮਕਾਰ ਛੱਡ ਕੇ, ਸਮਾਂ ਕੱਢ ਕੇ ਬੈਠਾ, ਉਹਦੇ ਨਾਲ ਤਾਂ ਆਪਾਂ ਰਾਬਤਾ ਕਾਇਮ ਨਹੀਂ ਕਰ ਰਹੇ। ਜੇ ਉਹਦੇ ਨਾਲ ਤਾਲਮੇਲ ਬਿਠਾਵਾਂਗੇ ਤਾਂ ਜਿਹੜਾ ਗੈਪ ਆ, ਜਿਹਦੇ ਕਰਕੇ ਕਿਤੇ ਨਾ ਕਿਤੇ ਸੰਘਰਸ਼ ਇੱਧਰ ਨੂੰ ਜਾਣਾ ਚਾਹੀਦਾ ਉੱਧਰ ਨੂੰ ਨਹੀਂ ਜਾ ਪਾਉਂਦਾ, ਉਹ ਤਾਲਮੇਲ ਬਿਠਾਉਣ ਦੀ ਬਹੁਤ ਵੱਡੀ ਲੋੜ ਆ। ਤੇ ਉਹ ਤਾਲਮੇਲ ਤਾਂ ਬੈਠੇਗਾ ਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਂਡ ਵਾਲੀ ਟਰਾਲੀ ਤੱਕ ਵਿਚਰਨਗੇ ਤੇ ਉਹਨਾਂ ਨੂੰ ਵਲੰਟੀਅਰ ਟੀਮ ਬਣਾਉਣੀ ਚਾਹੀਦੀ ਹੈ। 27 ਨਵੰਬਰ ਜਦੋਂ 26 ਵਾਲੀ ਘਟਨਾ ਵਾਪਰੀ ਸੀ, 27 ਨਵੰਬਰ ਨੂੰ ਵੀ ਅਸੀਂ ਮੀਡੀਆ ਦੇ ਸਾਨੂੰ ਤੁਹਾਡੇ ਵਰਗੇ ਵੀਰ ਮਿਲੇ ਸੀਗੇ, ਉਦੋਂ ਵੀ ਅਸੀਂ ਮੀਡੀਆ ਨਾਲ ਗੱਲਬਾਤ ਕੀਤੀ ਸੀ। ਅਸੀਂ ਉਦੋਂ ਵੀ ਸੁਝਾਅ ਦੇ ਕੇ ਗਏ ਸੀਗੇ ਕਿ ਤਾਲਮੇਲ ਦੀ ਘਾਟ ਆ, ਇਹਨਾਂ ਨੂੰ ਸਪੀਕਰ ਐਂਡ ਤੱਕ ਲਵਾਉਣੇ ਚਾਹੀਦੇ। 27 ਨਵੰਬਰ ਤੱਕ ਇੱਥੇ 1.5 ਕਿਲੋਮੀਟਰ ਦੀ ਰੇਂਜ ਤੱਕ ਸਪੀਕਰ ਸੀਗੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਲੈ ਕੇ 1.5 ਕਿਲੋਮੀਟਰ ਸਿਰਫ, ਤੇ ਟਰਾਲੀਆਂ ਖੜੀਆਂ 7-8 ਕਿਲੋਮੀਟਰ ਤੱਕ। ਉਦੋਂ ਵੀ ਅਸੀਂ ਕਿਹਾ ਸਪੀਕਰ ਲਵਾਉਣੇ ਚਾਹੀਦੇ ਇਹਨਾਂ ਨੂੰ ਹੋਰ ਪਾਸਿਓਂ ਵੀ ਸੁਝਾਏ ਹੋਣਗੇ ਤਾਂ ਸਪੀਕਰ ਹੁਣ ਐਂਡ ਤੱਕ ਲੱਗ ਗਏ ਆ। ਦੂਜਾ ਅਸੀਂ ਇਹ ਸੁਝਾਅ ਦਿੱਤਾ ਸੀ ਕਿ ਇਹਨਾਂ ਨੂੰ ਵਲੰਟੀਅਰ ਟੀਮਾਂ ਬਣਾਉਣੀਆਂ ਚਾਹੀਦੀਆਂ। ਜੇ 40 ਜਥੇਬੰਦੀਆਂ ਦੇ ਨਾਲ 20 ਬੰਦੇ ਵੀ ਮੰਨ ਕੇ ਚੱਲੀਏ ਤਾਂ 800 ਬੰਦਾ ਬਣਦਾ ਜੀ। 800 ਬੰਦਾ ਕੀ ਕਿਲੋਮੀਟਰ ਕਰਕੇ ਵੀ ਆਪਾਂ ਲਾਈਏ ਤਾਂ 8 ਕਿਲੋਮੀਟਰ ਹੋ ਗਿਆ। ਹਰੇਕ ਟੀਮ ਨੂੰ 800 ਬੰਦਾ ਜਿਹੜਾ ਉਹ 20 ਟੀਮਾਂ ਬਣਾਈਏ ਤਾਂ 40 ਬੰਦਿਆਂ ਦੀ ਇੱਕ ਟੀਮ ਬਣਦੀ ਹੈ। ਇਕੱਲੇ ਬੰਦੇ ਨੂੰ ਕਵਰ ਕੀਤਾ ਜਾ ਸਕਦਾ। ਉਹ ਤਾਲਮੇਲ ਦੀ ਘਾਟ ਕਿਉਂ ਰੱਖੀ ਜਾ ਰਹੀ ਹੈ? ਜੇ ਅਸੀਂ ਵਾਕਈ ਅਗਵਾਈ ਕਰਨ ਆਏ ਆ, ਅਸੀਂ ਅੰਦੋਲਨ ਨੂੰ ਲੜਨ ਆਏ ਆ। ਦੇਖੋ ਫੌਜਾਂ ਜਿੰਨਾ ਚਿਰ ਤੱਕ ਉਹਨਾਂ 'ਚ ਇਕਸੁਰਤਾ ਨਹੀਂ ਹੁੰਦੀ, ਸੈਨਾਪਤੀ ਤੇ ਸੈਨਾ ਦੇ ਵਿੱਚ ਇਕਸੁਰਤਾ ਨਹੀਂ ਹੋਏਗੀ ਤਾਂ ਜੰਗ ਕਦੇ ਵੀ ਜਿੱਤੀ ਨਹੀਂ ਜਾ ਸਕਦੀ। ਤਾਲਮੇਲ ਦੀ ਘਾਟ ਜਿਹੜੀ ਹੈਗੀ ਆ ਉਹ ਸਾਡੀ ਸਭ ਤੋਂ ਵੱਡੀ ਜਿਹੜੀ ਹੈਗੀ ਉਹ ਖਾਮੀ ਬਣੀ ਹੋਈ ਹੈ ਇਸ ਵਕਤ। ਆਗੂਆਂ ਵੱਲੋਂ ਕਿਹਾ ਜਾ ਰਿਹਾ 26 ਨੂੰ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਨੌਜਵਾਨਾਂ ਨੇ ਹੁੱਲੜਬਾਜ਼ੀ ਕੀਤੀ ਆ ਲਾਲ ਕਿਲੇ ਵੱਲ ਜਾ ਕੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਅਸੀਂ ਜੋ ਮਹਿਸੂਸ ਕਰਦੇ ਆ 26 ਜਨਵਰੀ ਵਾਲਾ, ਉਹ ਇਹ ਵੀ ਕਹਿੰਦੇ ਆ ਜੇ ਇਹ ਇਸ ਦੇ ਉੱਤੇ ਸਪਸ਼ਟੀਕਰਨ ਦੇ ਦੇਣ। 17 ਜਨਵਰੀ ਨੂੰ ਆਊਟਰ ਰਿੰਗ ਰੋਡ ਦੀ ਗੱਲ ਆਈ ਸੀ ਕਿ ਜਿਹੜੀ ਪਰੇਡ ਆ ਉਹ ਆਊਟਰ ਰਿੰਗ ਰੋਡ ਤੱਕ ਕੀਤੀ ਜਾਏਗੀ। 22 ਜਨਵਰੀ ਨੂੰ ਜਿਹੜੀ ਗੱਲ ਆਉਂਦੀ ਹੈ ਕਿ ਆਊਟਰ ਰਿੰਗ ਰੋਡ ਤੇ ਪਰੇਡ ਨਹੀਂ ਕੀਤੀ ਜਾਊਗੀ, ਇੱਕ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਕਰਕੇ ਇੱਕ ਮੈਪ ਤੈਅ ਕੀਤਾ ਜਾਂਦਾ ਜਿਹੜਾ ਦਿੱਲੀ ਦੇ ਦਿਹਾਤੀ ਇਲਾਕਿਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਹਰਿਆਣੇ ਵੱਲ ਨੂੰ ਜਾਂਦਾ। ਤਾਂ ਜਿਹੜੀ ਮਤਲਬ ਕਿ ਜਦੋਂ ਅਸੀਂ 26 ਜਨਵਰੀ ਨੂੰ ਇਹ ਗੱਲ ਕਹਿ ਰਹੇ ਹਾਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਹ ਗੱਲ ਕਹਿ ਰਹੇ ਆ ਕਿ ਕੋਈ ਵੀ ਪੰਜਾਬ ਦਾ ਟਰੈਕਟਰ ਆ ਜਿਹੜਾ ਉਹ ਘਰੇ ਨਹੀਂ ਰਹਿਣਾ ਚਾਹੀਦਾ, ਤਾਂ ਕੀ ਅਸੀਂ ਉਹ ਪੰਜਾਬ ਦਾ ਕੱਲਾ ਟਰੈਕਟਰ ਸਰਕਾਰ ਦੇ ਦਿੱਤੇ ਹੋਏ ਰੂਟ ਦੇ ਉੱਤੇ ਪਰੇਡ ਕਰਨ ਲਈ ਬੁਲਾਇਆ? ਸਰਕਾਰ ਨੂੰ ਅਸੀਂ ਗੋਡਿਆਂ ਪਰਨੇ ਕਰਨ ਦੀ ਗੱਲ ਕਰਦੇ ਆ ਤੇ ਉਹ ਸਰਕਾਰੀ ਰੂਟ ਦੇ ਪਰੇਡ ਕਰਕੇ ਸਰਕਾਰ ਗੋਡਿਆਂ ਪਰਨੇ ਹੋਣੀ ਆ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਆਊਟਰ ਰਿੰਗ ਰੋਡ ਦੇ ਉੱਤੇ ਪਰੇਡ ਕਰਨ ਦਾ ਐਲਾਨ ਕਰਨ ਤੋਂ ਬਾਅਦ ਜਦੋਂ ਇਹ ਉਹਦੇ ਤੋਂ ਮਤਲਬ ਕਿ ਪਿੱਛੇ ਹਟ ਕੇ 21-22 ਤਰੀਕ ਨੂੰ ਉਹਨੇ ਸਰਕਾਰੀ ਰੂਟ ਤੇ ਪਰੇਡ ਕਰਨ ਦੀ ਗੱਲ ਕੀਤੀ ਆ, ਤਾਂ ਉਹਦੇ ਵਿੱਚੋਂ ਕੱਲਾ ਯੂਥ ਨਹੀਂ ਭੜਕਿਆ, ਉਹਦੇ ਤੋਂ ਹਰ ਅੰਦੋਲਨਕਾਰੀ ਜਿਹੜਾ ਇਮਾਨਦਾਰੀ ਨਾਲ ਇਸ ਅੰਦੋਲਨ ਨੂੰ ਲੜਨ ਆਇਆ ਉਹ ਭੜਕਿਆ ਤੇ ਫਿਰ ਉਹ ਜਿੱਧਰ ਨੂੰ ਉਹਦਾ ਮੂੰਹ ਹੋਇਆ ਉਧਰ ਨੂੰ ਉਹ ਤੁਰ ਪਿਆ। ਔਰ ਸਰਕਾਰ ਦੀ ਸਾਜ਼ਿਸ਼ ਸੀ ਜਿਹੜਾ ਸਰਕਾਰੀ ਰੂਟ ਸੀਗਾ ਜਿਹੜਾ ਜਥੇਬੰਦੀਆਂ ਦੇ ਨਾਲ ਦਿੱਲੀ ਪੁਲਿਸ ਨੇ ਰਲ ਕੇ ਤੈਅ ਕੀਤਾ ਸੀ ਉਹ ਬੰਦ ਕੀਤਾ ਗਿਆ ਤੇ ਲਾਲ ਕਿਲੇ ਵਾਲਾ ਖੋਲ੍ਹਿਆ ਗਿਆ। ਤੁਸੀਂ ਦੇਖੋ ਗਣਤੰਤਰ ਦਿਵਸ ਦੀ ਪਰੇਡ ਵਾਲੇ ਦਿਨ ਦਿੱਲੀ 'ਚ ਚਿੜੀ ਭਰ ਨਹੀਂ ਮਾਰਦੀ, ਪੁਲਿਸ ਨੇ ਕਿਤੇ ਰੋਕਿਆ ਹੀ ਨਹੀਂ ਬੰਦਿਆਂ ਨੂੰ ਉੱਥੋਂ ਤੱਕ ਜਾਣ ਤੋਂ। ਉਹ ਇੱਕ ਮਤਲਬ ਕਿ ਇਹ ਕਹਿ ਲਓ ਕਿ ਜਥੇਬੰਦੀਆਂ ਦੀ ਤੇ ਅੰਦੋਲਨਕਾਰੀਆਂ ਦੀ ਆਪਸ ਦੇ ਵਿੱਚ ਮਿਸਮੈਨੇਜਮੈਂਟ, ਉਹਨਾਂ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਜਿਹੜਾ 17 ਜਨਵਰੀ ਦੇ ਪ੍ਰੋਗਰਾਮ ਨੂੰ ਬਦਲ ਕੇ ਦੂਜਾ ਦਿੱਲੀ ਪੁਲਿਸ ਨਾਲ ਮੀਟਿੰਗ ਕਰਕੇ ਦਿੱਤਾ ਜਾਣ ਵਾਲਾ ਪ੍ਰੋਗਰਾਮ, ਉਹ ਸਾਰੀਆਂ ਗੱਲਾਂ ਨੇ ਰਲ ਮਿਲ ਕੇ ਨੌਜਵਾਨਾਂ ਦੀ ਜਿਹੜੇ ਭਾਵਨਾਵਾਂ ਦੇ ਵਹਿਣ 'ਚ ਬਹਿ ਕੇ ਉਹ ਸਾਰੀਆਂ ਗੱਲਾਂ ਨੇ ਜਿਹੜਾ ਹੈਗਾ ਉਹ ਸਾਡੀ 26 ਜਨਵਰੀ ਦੀ ਪਰੇਡ ਜਿਹੜੀ ਹੈਗੀ ਆ ਉਹਦਾ ਪ੍ਰਭਾਵ ਜਿਹੜਾ ਉਹ ਨੇਸ ਤੋਂ ਨਬੂਦ ਕੀਤਾ ਹੈ। ਮਹਿਰਾਜ 'ਚ ਜਿਹੜੀ ਨੌਜਵਾਨਾਂ ਵੱਲੋਂ ਕੀਤੀ ਗਈ ਹੈ, ਇੱਕ ਮਹਾ ਪੰਚਾਇਤ ਕੀਤੀ ਗਈ ਹੈ, ਰੈਲੀ ਕੀਤੀ ਗਈ ਹੈ ਲੱਖੇ ਸਿਧਾਣੇ ਵੱਲੋਂ, ਉਸ ਨੂੰ ਵੀ ਇੱਥੋਂ ਐਲਾਨ ਕੀਤਾ ਗਿਆ ਕਿ ਏਜੰਸੀਆਂ ਦੀ ਚਾਲ ਆ, ਉਸ ਨੂੰ ਕਿਸ ਤਰ੍ਹਾਂ ਦੇ? ਉਹੀ ਗੱਲ ਆ ਜਿਹੜੀ ਪਹਿਲਾਂ ਮੀਡੀਆ ਨੂੰ ਸੰਬੋਧਿਤ ਹੋਈ ਸਾਡੇ ਸਾਥੀ ਥੋੜੀ ਦੇਰ ਪਹਿਲਾਂ, ਤਾਂ ਫਿਰ ਜਿਹੜੀਆਂ ਤੁਸੀਂ ਜਗਰਾਉਂ ਰੈਲੀਆਂ ਕਰ ਰਹੇ ਹੋ, ਤੁਸੀਂ ਬਰਨਾਲੇ ਰੈਲੀਆਂ ਕਰ ਰਹੇ ਹੋ, ਫਿਰ ਉਹ ਕੌਣ ਕਰਵਾ ਰਿਹਾ ਹੈ? ਫਿਰ ਅਸੀਂ ਇਹ ਤੁਸੀਂ ਉਹਨਾਂ ਦੇ ਉੱਤੇ ਕਹੀ ਜਾਓ ਏਜੰਸੀ, ਮੰਨ ਲਓ ਕਿ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਏਜੰਸੀਆਂ ਨੇ ਕਰਵਾਈ ਹੈ, ਕੱਲ ਨੂੰ ਜਿਨ੍ਹਾਂ ਨੇ ਉਹ ਰੈਲੀ ਆਰਗੇਨਾਈਜ਼ ਕੀਤੀ ਆ ਉਹ ਇਹਨਾਂ ਬਾਰੇ ਕਹਿ ਦੇਣਗੇ ਵੀ ਜਗਰਾਉਂ ਵਾਲੀ ਰੈਲੀ ਏਜੰਸੀਆਂ ਨੇ ਕਰਾਈ ਹੈ, ਬਰਨਾਲੇ ਵਾਲੀ ਰੈਲੀ ਏਜੰਸੀਆਂ ਨੇ ਕਰਵਾਈ ਹੈ। ਜਾਂ ਕੱਲ ਨੂੰ ਤੁਸੀਂ ਕੋਈ ਰੈਲੀ ਕਰੋਗੇ ਉਹ ਇਦਾਂ ਦੇ ਬਿਆਨ ਦੇ ਦੇਣਗੇ। ਇਹ ਇਦਾਂ ਦੇ ਬਿਆਨ ਅੰਦੋਲਨ ਦੇ ਮਤਲਬ ਕਿ ਜਿਹੜੇ ਉਹ ਚੜ੍ਹਦੀ ਕਲਾ ਵੱਲ ਨੂੰ ਅੰਦੋਲਨ ਨੂੰ ਨਹੀਂ ਲੈ ਕੇ ਜਾਂਦੇ, ਅੰਦੋਲਨ ਦੇ ਪੱਖ ਦੇ ਵਿੱਚ ਨਹੀਂ ਹੈਗੇ, ਨਾ ਉਧਰੋਂ ਤੇ ਨਾ ਇੱਧਰੋਂ। ਇਦਾਂ ਦੇ ਕੋਈ ਵੀ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ। ਇਹਦਾ ਮਤਲਬ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਰੈਲੀ ਤਾਂ ਤੁਹਾਡੇ ਸੱਦੇ ਦੇ ਉੱਤੇ ਹੋ ਰਹੀ ਆ, ਤੁਸੀਂ ਜਗਰਾਉਂ 'ਚ ਕਰੋ, ਤੁਸੀਂ ਬਰਨਾਲੇ ਦੇ ਵਿੱਚ ਕਰੋ, ਉਹ ਤਾਂ ਹੈਗੀ ਅੰਦੋਲਨ ਦੇ ਪੱਖ ਦੇ ਵਿੱਚ। ਤੇ ਜੇ ਕੋਈ ਹੋਰ ਕਰਦਾ ਆ ਅੰਦੋਲਨ ਦੇ ਪੱਖ ਦੇ ਵਿੱਚ ਹੀ ਕਰੇ ਤੇ ਉੱਥੋਂ ਇਹ ਵੀ ਐਲਾਨ ਕਰੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਬੂਲਦੇ ਆ, ਤਾਂ ਫਿਰ ਉਹ ਏਜੰਸੀਆਂ ਦੀ ਰੈਲੀ ਹੋਗੀ। ਤੇ ਕੋਈ ਵੀ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਉੱਤੇ ਬਿਲਕੁਲ ਨਹੀਂ ਕੀਤੀ, ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ। ਉਹ ਮੀਡੀਆ ਤੋਂ ਤੇ ਸਾਰਾ ਕੁਝ ਪਿਆ, ਆਪਾਂ ਚੱਕ ਕੇ ਖੋਲ ਕੇ ਦੇਖ ਸਕਦੇ ਹਾਂ। ਕਿੱਦਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅੱਗੇ ਇਕਮੁੱਠ ਹੋਣ ਲਈ? ਕੀ ਕਰਨਾ ਚਾਹੀਦਾ ਇੱਥੇ ਜੋ ਸਾਡੇ ਆਗੂ ਨੇ ਜਾਂ ਸਾਡੇ ਨੌਜਵਾਨ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਮੈਸੇਜ ਅੰਦੋਲਨਕਾਰੀਆਂ ਨੂੰ ਦੇਣਾ ਚਾਹੁੰਦਾ ਜੀ ਕਿ ਅੰਦੋਲਨਕਾਰੀ ਵੈਸੇ ਤਾਂ ਅਸੀਂ ਵੀ ਮਤਲਬ ਪਿਛਲੇ 3 ਮਹੀਨਿਆਂ ਤੋਂ ਗਾਹੇ ਬਗਾਹੇ ਇੱਥੇ ਆਉਂਦੇ ਸੀਗੇ, ਪਰ 26 ਜਨਵਰੀ ਤੋਂ ਬਾਅਦ ਜੋ ਹਾਲਾਤ ਬਣੇ ਆ, ਅਸੀਂ ਲਗਾਤਾਰ ਪੱਕੇ ਤੌਰ ਤੇ ਲੰਬੀ ਛੁੱਟੀ ਲੈ ਕੇ ਇੱਥੇ ਡਟ ਗਏ ਆ। ਆ ਕੇ ਸਾਡੇ ਨਾਲ ਬਹੁਤੇ ਪੜ੍ਹੇ ਲਿਖੇ ਨੌਜਵਾਨ ਨੇ, ਬਹੁਤੇ ਕਾਫੀ ਜ਼ਿਆਦਾ ਮੁਲਾਜ਼ਮ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਤੋਂ 1 ਇੰਚ ਵੀ ਬਾਹਰ ਨਹੀਂ ਹੈਗੇ, ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਭਾਵਨਾਵਾਂ ਜਿਹੜੀ ਸਮਝ ਤੁਸੀਂ ਬਣਾਉਣੇ ਅੰਦੋਲਨ ਦੀ, ਉਹ ਅੰਦੋਲਨਕਾਰੀਆਂ ਦੇ ਵਿਚਾਰ ਲੈ ਕੇ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਲਓ।
ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਤੇ ਅੰਦੋਲਨਕਾਰੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਤੋਂ 1 ਇੰਚ ਵੀ ਬਾਹਰ ਨਾ ਜਾਣ। ਜੀ ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਪ੍ਰੋਫੈਸਰ ਹਰਜਿੰਦਰ ਸਿੰਘ ਜੀ, ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਨੌਜਵਾਨਾਂ ਨੂੰ ਸਮਰਪਿਤ ਸੀਗੀ ਸਟੇਜ, ਕੀ ਲੱਗ ਰਿਹਾ ਤੁਹਾਨੂੰ ਅੱਜ ਉਰੇ ਪਹੁੰਚੇ ਹੋ ਤੁਸੀਂ? ਦੇਖੋ ਜੀ, ਸਾਰੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਸੀ ਜਦੋਂ ਪਤਾ ਲੱਗਾ ਸਾਨੂੰ ਕਿ 26 ਫਰਵਰੀ ਵਾਰੀ 1 ਮਹੀਨੇ ਬਾਅਦ ਜਿਹਨੇ ਦੁਬਾਰਾ ਇੱਕ ਵਾਰੀ ਸਟੇਜ ਫਿਰ ਇੱਕ ਵਾਰੀ ਚੜ੍ਹਦੀ ਕਲਾ ਵੱਲ ਜਾ ਰਹੀ ਆ, ਨੌਜਵਾਨਾਂ ਨੂੰ ਮੌਕਾ ਮਿਲੂਗਾ। ਪਰ ਅਸੀਂ ਜਦੋਂ ਹੁਣ ਪਿੱਛੇ ਸਾਡੀਆਂ ਰਸੋਈ ਢਾਬੇ ਕੋਲ ਟਰਾਲੀਆਂ ਖੜੀਆਂ, ਉੱਥੋਂ ਅਸੀਂ ਆਏ ਆ, ਸਾਡੇ ਨਾਲ ਕਾਫੀ 150-200 ਨੌਜਵਾਨ ਤੇ ਬਜ਼ੁਰਗ ਨਾਲ ਲੈ ਕੇ ਆਏ ਆ। ਇੱਥੇ ਆ ਕੇ ਜਦੋਂ ਅਸੀਂ ਦੇਖਿਆ ਤਾਂ ਇੱਥੋਂ ਦਾ ਮਾਹੌਲ ਕੁਝ ਥੋੜਾ ਹੋਰ ਸੀ। ਅਸੀਂ ਵੀ ਬੋਲਣ ਲਈ ਆਪਣਾ ਨਾਂ ਲਿਖਾਉਣ ਗਏ, ਪਰ ਸਾਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕਿਸ ਜਥੇਬੰਦੀ ਨਾਲ ਰਿਲੇਟਡ ਹੋ ਜਾਂ ਕਿਸੇ ਵੀ ਜਥੇਬੰਦੀ ਦੀ ਨੁਮਾਇੰਦਗੀ ਤੁਹਾਨੂੰ ਰეკਮੈਂਡੇਸ਼ਨ ਚਾਹੀਦੀ ਆ, ਰეკਮੈਂਡ ਕਰੇ ਤਾਂ ਤੁਹਾਨੂੰ ਬੋਲਣ ਦਿੱਤਾ ਜਾਊਗਾ। ਫਿਰ ਅਸੀਂ ਹਾਰ ਕੇ ਪੌਣਾ ਘੰਟਾ ਖੜ ਕੇ ਉੱਥੋਂ ਵਾਪਸ ਬਾਹਰ ਆ ਗਏ, ਯਾਨੀ ਕਿ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੇ ਸਾਨੂੰ ਲੱਗਦਾ ਕਿ ਜੇਕਰ ਪੂਰਨ ਤੌਰ ਤੇ ਨੌਜਵਾਨਾਂ ਲਈ ਇਹ ਸਟੇਜ ਰੱਖੀ ਗਈ ਆ ਤਾਂ ਸਾਨੂੰ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ। ਅਸੀਂ ਵੀ ਬੋਲਣਾ ਚਾਹੁੰਦੇ ਹਾਂ, ਅਸੀਂ ਵੀ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ, ਕਿਉਂਕਿ ਜਿਹੜਾ ਇੱਕ ਨੌਜਵਾਨ ਆ, ਜੇ ਇੱਕ ਨੌਜਵਾਨ ਵਰਗ ਹੀ ਨੌਜਵਾਨ ਵਰਗ ਦੀ ਗੱਲ ਸੁਣਦਾ, ਇਹ ਬਿਲਕੁਲ ਇੱਕ ਏਜ ਫੈਕਟਰ ਹੁੰਦਾ, ਜਿਵੇਂ ਬਜ਼ੁਰਗ ਦੀ ਗੱਲ ਜ਼ਿਆਦਾ ਸੁਣਦੇ ਆ, ਤਾਂ ਅਸੀਂ ਵੀ ਆਪਣੀ ਗੱਲ ਨੌਜਵਾਨਾਂ ਨਾਲ ਰੱਖ ਕੇ ਇੱਕ ਜਿਹੜੀ ਤਾਲਮੇਲ ਗੈਪ ਦੀ ਕਮੀ ਆ ਉਹਨੂੰ ਦੂਰ ਕਰਨਾ ਚਾਹੁੰਦੇ ਆ, ਆਪਣੇ ਸੁਝਾਅ ਦੇਣਾ ਚਾਹੁੰਦੇ ਆ, ਕਿਉਂਕਿ ਅਸੀਂ ਰੋਜ਼ਾਨਾ ਲੋਕਾਂ ਨਾਲ ਵਿਚਰਦੇ ਆ, ਟਰਾਲੀ ਟੂ ਟਰਾਲੀ ਅਸੀਂ ਵਿਚਰਦੇ ਆ, ਉਹਨਾਂ ਦੇ ਜੋ ਸੁਝਾਅ ਹੁੰਦੇ ਨੇ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਲਈ, ਉਹਨਾਂ ਬਾਬਤ ਹੀ ਅੱਜ ਅਸੀਂ ਆਪਣੀ ਇੱਥੇ ਗੱਲਬਾਤ ਰੱਖਣਾ ਚਾਹੁੰਦੇ ਸੀ, ਪਰ ਸਾਨੂੰ ਉਹਨਾਂ ਅੱਜ ਇੱਥੇ ਮੌਕਾ ਨਹੀਂ ਦਿੱਤਾ ਜੀ। ਉੱਥੇ ਜਿਹੜੇ ਨੌਜਵਾਨ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਸਟੇਜ ਤੇ ਬੋਲਣ ਦਿੱਤਾ ਜਾ ਰਿਹਾ, ਜਿਹੜੇ ਨੌਜਵਾਨ ਉੱਦਾਂ ਆਏ ਨੇ 26 ਦੀ ਕਾਲ ਤੇ ਆਏ ਨੇ ਅੱਜ ਦੀ ਤੇ ਉਹਨਾਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਜਾ ਰਿਹਾ। ਕੀ ਲੱਗ ਰਿਹਾ ਤੁਹਾਨੂੰ, ਇਹ ਜਥੇਬੰਦੀਆਂ ਦੀ ਸੋਚ ਕਿੱਦਾਂ ਦੀ ਆ, ਕੀ ਲੱਗ ਰਿਹਾ ਹੈ? ਦੇਖੋ ਜੀ, ਇਹ ਤਾਂ ਬਿਲਕੁਲ ਕਲੀਅਰ ਹੈ। ਜਦੋਂ ਪੁੱਛਦੇ ਇਹ ਸਵਾਲ ਪੁੱਛਦੇ ਆ ਕਿ ਤੁਸੀਂ ਕਿਸ ਜਥੇਬੰਦੀ ਨਾਲ ਰਿਲੇਟਡ ਹੋ, ਤਾਂ ਉਹ ਸੰਭਾਵਨਾ ਇਹੀ ਹੈ ਕਿ ਉਹ ਕਿਸੇ ਹੋਰ ਨੂੰ ਬੋਲਣ ਨਹੀਂ ਦੇਣਗੇ। ਜਿਹੜੇ ਵੀ ਉਹਨਾਂ ਦੇ ਕੇਡਰ ਨੇ, ਉਹਨਾਂ ਨਾਲ ਸੰਬੰਧਿਤ ਨੇ, ਉਹੀ ਆਪਣੀ ਗੱਲਬਾਤ ਰੱਖ ਸਕਦੇ। ਬਾਕੀ ਮੈਂ ਇੱਕ ਗੱਲ ਬਿਲਕੁਲ ਆਪਣੇ ਸੁਝਾਅ ਦੇ ਤੌਰ ਤੇ ਜਾਂ ਮੈਂ ਨਿੱਜੀ ਰਾਏ ਰੱਖਣੀ ਚਾਹੁੰਦਾ, ਇੱਕ ਤਾਂ ਅੰਦੋਲਨ ਕਿਸੇ ਦਾ ਨਿੱਜੀ ਨਹੀਂ ਹੈਗਾ, ਇਹ ਹਰ ਇੱਕ ਬਸ਼ਰ ਦੀ ਖੁਰਾਕ ਦਾ ਮਸਲਾ ਹੈ। ਹਰ ਇੱਕ ਬਸ਼ਿੰਦਾ ਜਿਹੜਾ ਇੱਥੇ ਆਇਆ ਉਹ ਆਪਣੇ ਭਵਿੱਖ ਲਈ ਫਿਕਰਮੰਦ ਹੈ, ਤਾਂ ਆਪਣੇ ਇਸ ਅੰਦੋਲਨ ਵਿੱਚ ਆ ਕੇ ਬੈਠਾ ਹੋਇਆ ਹੈ। ਜਿਵੇਂ ਕਿ ਸਾਡਾ ਪਿੱਛੇ ਕਮਿਊਨੀਕੇਸ਼ਨ ਗੈਪ ਦੀ ਬਹੁਤ ਕਮੀ ਆ, ਤਾਂ ਅਸੀਂ ਇੱਕ ਜਿਹੜੀ ਮੁਹਿੰਮ ਟਰਾਲੀ ਚਲਾ ਰਹੇ ਹਾਂ, ਉਹਦੇ ਵਿੱਚ ਅਸੀਂ ਸੁਝਾਅ ਇਕੱਠੇ ਕਰਦੇ ਹਾਂ, ਤਾਂ ਉਹ ਲੋਕਾਂ ਦੇ ਸੁਝਾਅ ਕੀ ਹੁੰਦੇ ਕਿ ਉਹ ਜਥੇਬੰਦੀਆਂ ਤੱਕ ਉਹਨਾਂ ਦੀ ਗੱਲ ਪਹੁੰਚੇ। ਤਾਂ ਇਹ ਚਾਹੁੰਦੇ ਕਿ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਸਾਡੇ ਵਿੱਚ ਆ ਕੇ ਵਿਚਰਨ, ਸਾਡੇ ਨਾਲ ਗੱਲਬਾਤ ਕਰਨ, ਅਸੀਂ ਉਹ ਆਪਣੇ ਸੁਝਾਅ ਦੇ ਕੇ ਜਾਣ ਤੇ ਉਹਨਾਂ ਸੁਝਾਵਾਂ ਨੂੰ ਇੰਪਲੀਮੈਂਟ ਕਰਨ, ਜਿਹਦੇ ਨਾਲ ਕਿ ਮੋਰਚਾ ਚੜ੍ਹਦੀ ਕਲਾ ਵੱਲ ਜਾਵੇ। ਦੂਜੀ ਗੱਲ, ਚਾਹੇ ਕੋਈ ਉਹ ਨੌਜਵਾਨ ਆ, ਚਾਹੇ ਬਜ਼ੁਰਗ ਆ, ਉਹ ਸਾਰੇ ਹੀ ਸੰਯੁਕਤ ਮੋਰਚੇ ਦੀ ਅਗਵਾਈ ਕਬੂਲ ਕੇ ਬੈਠੇ ਆ, ਬੇਸ਼ੱਕ ਕੋਈ ਆਪ ਮੁਹਾਰੇ ਆਇਆ ਜਾਂ ਜਥੇਬੰਦੀਆਂ ਦੀ ਕਾਲ ਤੇ ਆਇਆ। ਹਾਲਾਂਕਿ ਜਿਹੜਾ ਸਿੰਘੂ ਮੋਰਚਾ ਇੱਥੇ ਮੈਨੂੰ ਲੱਗਦਾ ਮੈਜੋਰਟੀ 80-90% ਜਿਹੜੇ ਲੋਕ ਨੇ, ਚਾਹੇ ਉਹ ਬਜ਼ੁਰਗ ਨੇ ਚਾਹੇ ਨੌਜਵਾਨ ਨੇ, ਉਹ ਆਪ ਮੁਹਾਰੇ ਆਏ ਆ, ਉਹ ਕਿਸੇ ਜਥੇਬੰਦੀ ਨਾਲ ਨਹੀਂ ਆਏ। ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਅਗਵਾਈ ਕਬੂਲ ਕੇ ਬੈਠੇ ਆ, ਉਹ ਉਹਨਾਂ ਦੀ ਅਗਵਾਈ ਤੋਂ 1 ਇੰਚ ਵੀ ਪਿੱਛੇ ਨਹੀਂ ਹਟ ਰਹੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ। ਪਰ ਉਹ ਇਹ ਵੀ ਚਾਹੁੰਦੇ ਆ ਕਿ ਜਿਹੜੇ ਸਾਡੇ ਜਥੇਬੰਦੀਆਂ ਦੇ ਨੁਮਾਇੰਦੇ ਆ ਉਹ ਆ ਕੇ ਸਾਡੇ ਵਿੱਚ ਵਿਚਰਨ ਤਾਂ ਸਹੀ, ਸਾਡਾ ਦੁੱਖ ਸੁੱਖ ਤਾਂ ਪੁੱਛਣ, ਅਸੀਂ ਕਿਸ ਹਾਲ ਵਿੱਚ ਬੈਠੇ ਆ, ਸਾਨੂੰ ਸਾਰੀਆਂ ਸਹੂਲਤਾਂ ਜਾਂ ਸਾਨੂੰ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਹੋ ਰਹੀਆਂ ਨਹੀਂ ਹੋ ਰਹੀਆਂ, ਜਾਂ ਉਹ ਜਿਹੜੇ ਅੰਦੋਲਨ ਦੀ ਚੜ੍ਹਦੀ ਕਲਾ ਲਈ ਫਿਕਰਮੰਦ ਨੇ, ਕੋਈ ਨਵੀਂ ਕਾਲ ਕਿਵੇਂ ਦੀ ਹੋਣੀ ਚਾਹੀਦੀ, ਕੋਈ ਢੁਕਵੀਂ ਕਾਲ ਜੋ ਕਿ ਜਥੇਬੰਦੀਆਂ ਸੰਯੁਕਤ ਮੋਰਚੇ ਦੀ ਸਟੇਜ ਵੱਲੋਂ ਜਾਵੇ। ਜਿਵੇਂ ਕਿ ਲੋਕ ਸੁਝਾਅ ਦਿੰਦੇ ਆ, ਲੋਕ ਤਾਂ ਜੇਲ੍ਹ ਪਰ ਅੰਦੋਲਨ ਦੀ ਗੱਲ ਕਰ ਰਹੇ ਆ, ਲੋਕ ਚਾਹੁੰਦੇ ਆ ਸੰਸਦ ਨੂੰ ਘੇਰਿਆ ਜਾਵੇ, ਪੈਦਲ ਮਾਰਚ ਕੀਤਾ ਜਾਵੇ, ਪਰ ਇਹ ਸਟੇਜ ਤੋਂ ਇਹੋ ਜਿਹੀ ਕੋਈ ਵੀ ਕਾਲ ਨਹੀਂ ਆ ਰਹੀ। ਤਾਂ ਉਹ ਸੁਝਾਅ ਹੀ ਅਸੀਂ ਅੱਜ ਸਟੇਜ ਤੋਂ ਲੋਕਾਂ ਵਿੱਚ ਰੱਖਣੇ ਸੀ, ਜਿਹਦੇ ਬਾਬਤ ਸਾਨੂੰ ਇੱਥੇ ਬੋਲਣ ਦਾ ਮੌਕਾ ਨਹੀਂ ਮਿਲਿਆ ਜੀ। ਜੀ ਵੀਰ ਹੋਰ ਵੀ ਸਾਡੇ ਨਾਲ ਨੇ। ਹਾਂਜੀ ਸੰਧੂ ਸਾਹਿਬ, ਕੀ ਕहेंगे ਤੁਸੀਂ, ਅੱਜ ਨੌਜਵਾਨੀ ਡੇ ਮਨਾਇਆ ਜਾ ਰਿਹਾ ਹੈ, ਕੀ ਕहेंगे ਤੁਸੀਂ, ਕੀ ਲੱਗ ਰਿਹਾ ਇੱਥੇ ਪਹੁੰਚੇ ਹੋ ਤੁਸੀਂ? ਵੈਸੇ ਤਾਂ ਤੁਸੀਂ ਲੰਮੇ ਸਮੇਂ ਤੋਂ ਹੋ ਰਹੇ ਹੋ, ਜਦੋਂ ਧਰਨਾ ਸਟਾਰਟ ਹੋਇਆ ਇੱਥੇ ਹੀ ਅਸੀਂ ਮਿਲਦੇ ਰਹੇ ਹਾਂ, ਕੀ ਲੱਗ ਰਿਹਾ ਅੱਜ? ਕੋਈ ਨੌਜਵਾਨਾਂ ਦਾ ਸਟੇਜ ਨਹੀਂ ਹੈ ਇਹ ਜੀ, ਇਹਨਾਂ ਦਾ ਆਪਦਾ ਹੀ ਹੈ, ਜਿਵੇਂ ਰੋਜ਼ ਦੀ ਤਰ੍ਹਾਂ ਚੱਲਦਾ ਅੱਜ ਵੀ ਉਹੀ ਕੁਛ ਹੈ। ਸਿਰਫ ਇੱਕ ਡਰਾਮਾ ਰਚਿਆ ਗਿਆ ਇਹਨਾਂ ਵੱਲੋਂ, ਜਿਹੜੇ ਅਸੀਂ ਕੋਈ ਬੋਲਣਾ ਨਹੀਂ ਸੀ, ਮੈਂ ਉੱਥੇ ਬੋਲਣ ਨਹੀਂ ਸੀ ਗਿਆ, ਅਸੀਂ ਯੂਥ ਸਾਰਾ ਆਇਆ ਸੀ, ਅਸੀਂ ਪਹੁੰਚੇ ਉੱਥੇ, ਔਰ ਉੱਥੇ ਇਹੀ ਕਹਿ ਰਹੇ ਸੀ ਵੀ ਜੇ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ ਤਾਂ ਬੋਲ ਸਕਦੇ ਹੋ, ਨਹੀਂ ਤੇ ਫਿਰ ਤੁਸੀਂ ਇਹ ਕਿਉਂ ਕਾਲ ਦੇ ਰਹੇ ਹੋ, ਫੇਕ ਕਾਲਸ ਕਿਉਂ ਦੇ ਰਹੇ ਹੋ, ਸਾਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਉਂ ਖੇਡ ਰਹੇ ਹੋ, ਕਿਉਂ ਤੁਸੀਂ ਇਹ ਚਾਹੁੰਦੇ ਆ ਯੂਥ ਹੈ ਜਿਹੜਾ ਕੁਛ ਨਾ ਕੁਛ ਇਹੋ ਜਿਹਾ ਗਲਤ ਕਰੇ, ਸਾਨੂੰ ਬਹਾਨਾ ਮਿਲੇ ਅਸੀਂ ਇੱਥੋਂ ਭੱਜੀਏ? ਉਹ ਨਹੀਂ ਹੋਣਾ, ਨਾ ਅਸੀਂ ਇਹਨਾਂ ਨੂੰ ਭੱਜਣ ਦੇਣਾ, ਨਾ ਅਸੀਂ ਲੀਡਰ ਬਦਲਣਾ ਚਾਹੁੰਦੇ ਆ, ਲੀਡਰ ਵੀ ਇਹੀ ਰਹਿਣਗੇ ਤੇ ਇਹਨਾਂ ਨੂੰ ਹੁਣ ਅਸੀਂ ਮਨਾਵਾਂਗੇ ਵੀ ਕਿਵੇਂ ਹੁੰਦਾ। ਬਹੁਤ ਚਿਰ ਚੁੱਪ ਬੈਠ ਗਏ ਆ, ਲੋਕਾਂ ਨੂੰ ਪੁੱਛਦੇ ਹੀ ਨਹੀਂ ਵੀ ਤੁਸੀਂ ਕਿਸਾਨਾਂ ਨੂੰ, ਕਿਸੇ ਨੂੰ ਨਹੀਂ ਪੁੱਛਦੇ ਕੀ ਚਾਹੁੰਦੇ ਹੋ। ਕਦੇ ਇਹ ਬੇਤੁਕੇ ਸਟੇਟਮੈਂਟ ਦੇ ਦਿੰਦੇ ਆ, ਪਰਸੋਂ ਬੋਲੇ ਸਤਨਾਮ ਸਿੰਘ ਜੀ ਜਨਾਲਾ ਵੀ ਇੱਥੇ ਕਿਸੇ ਨੂੰ ਇਹਨਾਂ ਨੂੰ ਅਸੀਂ ਸੱਦਾ ਪੱਤਰ ਨਹੀਂ ਦਿੱਤਾ ਵੀ ਇੱਥੇ ਆ ਗਏ ਆ ਜਿਹੜੇ ਦੀ ਨਾ ਸਦਾਈ ਲਾੜੇ ਦੀ ਤਾਈ, ਇਦਾਂ ਦੇ ਕੋਲ। ਔਰ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਦਿਖਾਓ ਇਨਵੀਟੇਸ਼ਨ ਕਾਰਡ ਕਿਹੜੇ ਛਪਵਾਏ ਸੀ, ਕਿਹਨਾਂ ਨੂੰ ਸੱਦਿਆ, ਤੇ ਜੇ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਜੇ ਯੂਥ ਚਾਹੁੰਦਾ ਹੁੰਦਾ ਤੇ ਜਿੱਥੇ ਤੁਸੀਂ 1 ਤੋਂ 2 ਸਟੇਜਾਂ ਕਰ ਲਈਆਂ, ਫਿਰ ਜੇ ਯੂਥ ਇਹੀ ਚਾਹੁੰਦਾ ਹੁੰਦਾ ਤਾਂ ਅਸੀਂ ਆਪਦੀ ਸਟੇਜ ਅਲੱਗ ਲਾ ਲੈਂਦੇ ਤੇ ਫਿਰ ਤੁਹਾਡੇ ਤੇ 15 ਬੰਦੇ ਵੀ ਨਹੀਂ ਸੀ ਬਹਿੰਦੇ। ਇਹ ਸਾਡੀ ਦਿੱਤੀ ਹੋਈ ਸਟੇਜ ਹੈ,
ਅਸੀਂ ਇਹ ਸਟੇਜ ਤੇ ਇੱਥੋਂ ਤੱਕ ਲੈ ਕੇ ਆਏ ਇਹਨਾਂ ਨੂੰ। ਇਹ ਤਾਂ ਸ਼ੰਭੂ ਤੋਂ ਅੱਗੇ ਨਹੀਂ ਸੀ ਲੰਘਦੇ। ਇਹਨਾਂ ਨੂੰ ਜੇ ਇੱਥੇ ਲਿਆ ਕੇ ਬਿਠਾਇਆ ਤਾਂ ਇਸੇ ਯੂਥ ਨੇ ਬਿਠਾਇਆ ਤੇ ਅੱਜ ਇੱਥੇ ਬੈਠ ਕੇ ਸਾਨੂੰ ਹੀ ਗੱਲਾਂ ਕਰ ਰਹੇ ਆ। ਇਹ ਅਸੀਂ ਨਹੀਂ ਹੋਣ ਦੇਣਾ। ਔਰ ਇਹਨਾਂ ਦਾ ਕੋਈ ਪਲਾਨ ਨਹੀਂ ਹੈ, ਕੁਛ ਨਹੀਂ ਹੈ। ਜੇ 26 ਤੋਂ ਬਾਅਦ ਇਹਨਾਂ ਵੱਲੋਂ ਕੋਈ ਕਸਰ ਨਹੀਂ ਸੀ। ਇਹੋ ਜਿਹੇ ਇਹਨਾਂ ਨੇ ਬਿਆਨ ਦਿੱਤੇ, ਇੱਕ ਗਦਾਰ ਲਾਣੇ ਸ਼ੁਰੂ ਕਰਤੇ ਇਹਨਾਂ ਨੇ। ਕਿਸੇ ਨੂੰ ਦੱਲਾ ਕਹਿਤਾ, ਕਿਸੇ ਨੂੰ ਇਹ ਸ਼ਰਾਰਤੀ ਅਨਸਰ ਹੈ। ਉਹ ਜਿਹੜਾ ਕੋਈ ਸੰਘਰਸ਼ 'ਚ ਜੁੜਿਆ ਹੋਇਆ, ਜਿਹੜਾ ਜੋੜਨ ਦੀ ਕੋਸ਼ਿਸ਼ ਕਰ ਰਿਹਾ ਜਾਂ ਜਿਹੜਾ ਲੋਕਾਂ ਦੀ ਆਵਾਜ਼ ਇਹਨਾਂ ਤੱਕ ਪਹੁੰਚਾਉਂਦਾ, ਉਹਨੂੰ ਇਹ ਇਹੋ ਜਿਹੇ ਖਿਤਾਬ ਦਿੰਦੇ ਆ। ਫਿਰ ਜੇ ਇਦਾਂ ਦੇ ਲਫ਼ਜ਼ ਬੋਲੇ ਜਾਂਦੇ ਨੇ ਤੇ ਮਨ 'ਚ ਕਿਤੇ ਨਾ ਕਿਤੇ ਡਰ ਵੀ ਆ, ਸਿਕਿਉਰਿਟੀ ਵੀ ਨਾਲ ਰੱਖੀ ਜਾਂਦੀ ਹੈ ਜਿੱਧਰ ਵੀ ਜਾਂਦੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਅਸੀਂ ਤਾਂ ਸਿਕਿਉਰਿਟੀ ਲੈ ਕੇ ਘੁੰਮਦੇ ਨਹੀਂ। ਇਹ ਕਿਉਂ ਸਿਕਿਉਰਿਟੀ ਲੈ ਕੇ ਘੁੰਮਦੇ ਆ? ਕਿਉਂਕਿ ਇਹਨਾਂ ਨੂੰ ਹੁਣ ਅਸੀਂ ਕਹਿੰਦੇ ਆ ਇਹ KMP ਨਹੀਂ ਲੰਘ ਸਕਦੇ ਵਿਚਰਨ ਲੋਕਾਂ 'ਚ। ਕਿੱਥੇ ਭੱਜਣਗੇ ਇਹ? ਅਸੀਂ ਇਹਨਾਂ ਨੂੰ ਨਾ ਭੱਜਣ ਦੇਣਾ ਔਰ ਇਹਨਾਂ ਨੂੰ ਸਾਡੀ ਸੁਣਨੀ ਪੈਣੀ ਆ। ਬਹੁਤ ਹੋ ਗਿਆ ਇਹ। ਕਿੰਨਾ ਕੁ ਚਿਰ ਕਹਿੰਦੇ ਜਦੋਂ ਘੜਾ ਭਰਦਾ ਨਾ ਉਛਲ ਜਾਂਦਾ। ਸਾਡੇ ਤੋਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੈਂਦੀਆਂ ਜਾਨਾਂ ਦੇ ਹਾਲਾਤ ਜਾਂ ਉਹ ਬਿਮਾਰ ਹੁੰਦੇ ਸਾਡੇ ਤੋਂ ਨਹੀਂ ਦੇਖੇ ਜਾਂਦੇ। ਅੱਗੇ ਗਰਮੀ ਵੀ ਬਹੁਤ ਆ ਰਹੀ ਹੈ। ਇਹ ਤਾਂ ਏਸੀ ਕਮਰਿਆਂ 'ਚ ਸੌਂਦੇ ਆ ਜਾ ਕੇ। ਹੁਣ ਜਿੰਨੀ ਕੁ ਗਰਮੀ ਹੈ ਇੱਥੇ, ਔਰ ਇਹਨਾਂ ਨੇ ਹੋਟਲਾਂ 'ਚ ਕਮਰੇ ਲਏ ਹੋਏ, ਟਰਾਲੀਆਂ 'ਚ ਸੌਣ, ਤਾਂ ਇਹਨਾਂ ਨੂੰ ਪਤਾ ਲੱਗੇ ਵੀ ਸੰਘਰਸ਼ ਕੀ ਹੁੰਦਾ। ਇਸ ਸੰਘਰਸ਼ 'ਚ ਨਹੀਂ ਆਏ। ਸੰਘਰਸ਼ੀ ਉਹ ਹੈ ਜਿਹੜੇ ਅੱਜ ਵੀ ਇੰਨੀ ਤਪਸ਼ 'ਚ ਟਰਾਲੀਆਂ ਦੇ ਵਿੱਚ ਬੈਠੇ ਆ ਜਾਂ ਬਾਹਰ ਤੰਬੂ ਲਾ ਕੇ ਬੈਠੇ ਆ, ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਹੈ, ਕੋਈ ਟਾਇਲਟ ਦਾ ਪ੍ਰਬੰਧ ਨਹੀਂ ਹੈ, ਨਹਾਉਣ ਦਾ ਪ੍ਰਬੰਧ ਨਹੀਂ ਹੈ। ਜਿਹੜੇ ਔਖੇ ਹੋ ਕੇ ਜਿਹੜੇ ਸਾਡੇ ਬਜ਼ੁਰਗ ਆ, ਤੁਰ ਵੀ ਨਹੀਂ ਸਕਦੇ, ਉਹ ਕਿੱਥੇ ਜਾ ਕੇ ਨਹਾਉਣ, ਕਿੱਥੇ ਉਹ ਵਾਸ਼ਰੂਮ ਜਾਣ, ਕਿੱਥੇ ਟਾਇਲਟ ਕਰਨ। ਇਹਨਾਂ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ। ਕਦੇ ਆ ਕੇ ਨਹੀਂ ਪੁੱਛਿਆ ਵੀ ਤੁਹਾਨੂੰ ਕੀ ਸਹੂਲਤਾਂ ਚਾਹੀਦੀਆਂ ਜਾਂ ਇੱਥੇ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ, ਇਹ ਜਾਂ ਤੁਹਾਡਾ ਤੁਸੀਂ ਕੀ ਚਾਹੁੰਦੇ ਹੋ, ਕਦੇ ਪੁੱਛਿਆ ਹੀ ਨਹੀਂ। ਇਹਨਾਂ ਨੇ ਲੋਕਾਂ ਦੇ ਵਿੱਚ ਵਿਚਰਨ ਨਾਲੋਂ ਇਹ ਜ਼ਿਆਦਾ ਜ਼ਰੂਰੀ ਸਮਝਿਆ ਕਿ ਅਸੀਂ ਆਉਣ ਵਾਲੇ ਟਾਈਮ 'ਚ ਹੀਰੋ ਕਿਵੇਂ ਬਣਨਾ ਹੈ। ਇਹ ਪੰਜਾਬ 'ਚ ਜਾ ਕੇ ਆਪਦੇ ਜਥੇਬੰਦੀਆਂ ਦੇ ਉਹ ਨਿਯੁਕਤੀ ਪੱਤਰ ਦੇ ਰਿਹਾ, ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਰਿਹਾ। ਇਹ ਕੋਈ ਟਾਈਮ ਹੈ? ਇਹ ਟਾਈਮ ਇੱਥੇ ਸੰਘਰਸ਼ 'ਚ ਬੈਠਣ ਦਾ। ਮੈਂ ਵੀ ਬਿਜ਼ਨਸ ਕਰਦਾ, ਮੈਂ ਆਪਦਾ ਸਾਰਾ ਕੁਝ ਛੱਡ ਕੇ ਇੱਥੇ ਬੈਠਾ, ਖੇਤੀਬਾੜੀ ਵੀ ਕਰਦਾ ਮੈਂ, ਔਰ ਸਾਰਾ ਕੁਝ ਛੱਡ ਕੇ ਬੈਠਾ। ਮੈਂ ਤਾਂ ਇੱਕ ਦਿਨ ਲਈ ਵੀ ਪਹਿਲੇ ਦਿਨ ਤੋਂ ਪਿੰਡ ਨਹੀਂ ਗਿਆ। ਕੋਈ ਵੀ ਸਾਬਤ ਕਰ ਦੇ ਵੀ ਇਹ ਪਿੰਡ ਗਿਆ। ਆਪਦੇ ਕੋਲੋਂ ਪੈਸੇ ਖਰਚ ਕਰਕੇ ਅਸੀਂ ਜਿੰਨੀ ਕੁ ਸੇਵਾ ਕਰ ਸਕਦੇ ਅਸੀਂ ਕਰ ਰਹੇ ਹਾਂ। ਔਰ ਇਹ ਬੰਦੇ ਆ ਜਿਹੜੇ ਇਹ ਉੱਥੇ ਜਾ ਕੇ ਇੱਕ ਹੀ ਟਾਈਮ ਹੈ ਇਹ ਨਿਯੁਕਤੀਆਂ ਕਰਨ ਦਾ। ਇਹ ਅੱਗੇ ਆਪਦਾ ਆਉਣ ਵਾਲੇ ਇਲੈਕਸ਼ਨਾਂ 'ਚ ਆਪਦੇ ਹੀਰੋ ਬਣ ਰਹੇ ਆ। ਇਹ ਆਪਦੀਆਂ ਸੀਟਾਂ ਪੱਕੀਆਂ ਕਰ ਰਹੇ ਆ। ਇਹਨਾਂ ਨੂੰ ਉਹ ਚੀਜ਼ਾਂ ਛੱਡ ਕੇ ਇੱਧਰ ਧਿਆਨ ਦੇਣਾ ਚਾਹੀਦਾ। ਪਰ ਇਹ ਤਾਂ ਕਹਿ ਰਹੇ ਨੇ ਕਿ ਨੌਜਵਾਨ ਤੱਤਾ ਚੱਲਦਾ ਹੈ, ਖੂਨ ਗਰਮ ਆ। ਪਹਿਲਾਂ 26 ਨੂੰ ਇਹਨਾਂ ਨੇ ਹੁੱਲੜਬਾਜੀ ਕੀਤੀ ਆ, ਲਾਲ ਕਿਲੇ ਤੇ ਗਏ ਨੇ, ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਵੀ ਕੋਈ ਇਦਾਂ ਦਾ ਨਾ ਕਰ ਦੇਣ। ਲਾਲ ਕਿਲੇ 'ਚ ਤਾਂ ਫਿਰ ਜਥੇਬੰਦੀ ਦਾ ਇੱਕ ਪ੍ਰਧਾਨ ਹੋਰ ਵੀ ਗਿਆ ਸੀਗਾ। ਚਲੋ ਮੈਂ ਇੱਥੇ ਨਾਮ ਜਨਤਕ ਨਹੀਂ ਕਰਦਾ, ਤੇ ਫਿਰ ਉਹਨੂੰ ਤਾਂ ਬਾਹਰ ਨਹੀਂ ਕੱਢਤਾ ਇਹਨਾਂ ਨੇ। ਰਿੰਗ ਰੋਡ ਤੇ ਇਹਨਾਂ ਦੇ 4 ਜਥੇਬੰਦੀਆਂ ਦੇ ਪ੍ਰਧਾਨ ਗਏ ਸੀ। ਕੀ ਇਹਨਾਂ ਉਹ ਵੀ ਮਤਲਬ ਇਹੋ ਜਿਹੀ ਆ? ਉਹ ਕਿਉਂ ਗਏ? ਰਿੰਗ ਰੋਡ ਸਾਨੂੰ ਦਿੱਤਾ ਹੀ ਨਹੀਂ। ਉਹ ਕੀ ਕਰਨ ਗਏ ਉੱਥੇ? ਮੈਂ ਸਬੂਤ ਦੇ ਸਕਦਾ। ਘਾਟ ਕੀ ਰਹੀ ਆ? ਕਿਤੇ ਨਾ ਕਿਤੇ ਘਾਟ ਕੀ ਲੱਗ ਰਹੀ ਆ ਤੁਹਾਨੂੰ? ਜਿਹੜਾ ਨੌਜਵਾਨਾਂ ਦਾ ਤੇ ਆਗੂਆਂ ਦਾ ਸਾਡੇ ਅੰਦਰ ਤਾਲਮੇਲ ਨਹੀਂ ਬਣ ਰਿਹਾ, ਘਾਟ ਕੀ ਲੱਗ ਰਹੀ ਆ ਤੁਹਾਨੂੰ? ਘਾਟ ਇਹ ਜੀ, ਦੇਖੋ ਜਿਹੜਾ ਯੂਥ ਆ ਪੜ੍ਹਿਆ ਲਿਖਿਆ, ਉਹ ਸਾਰੀਆਂ ਇਹਨਾਂ ਦੀਆਂ ਚਾਲਾਂ ਨੂੰ ਇਹਨਾਂ ਨੂੰ ਸਮਝਦਾ ਤੇ ਇਹ ਉਸ ਚੀਜ਼ ਤੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਆ। ਤੇ ਇਹ ਚਾਹੁੰਦੇ ਆ ਕਿ ਇਹ ਕਿਵੇਂ ਨਾ ਕਿਵੇਂ ਵਾਪਸ ਮੁੜ ਜਾਣ। ਜਿਹੜਾ ਵੀ ਥੋੜਾ ਜਿਹਾ ਬੋਲਦਾ, ਮੈਨੂੰ ਵੀ ਪਤਾ ਹੈ ਅੱਜ ਮੈਂ ਬੋਲਿਆ, ਇਹ ਮੈਨੂੰ ਕਹਿਣਗੇ ਇਹ ਸੰਘਰਸ਼ ਖਰਾਬ ਕਰਨ ਵਾਲਿਆਂ ਚੋਂ ਹੈ, ਸ਼ਰਾਰਤੀ ਅਨਸਰ ਹੈ, ਇਹ ਗਦਾਰ ਹੈ, ਕਹਿ ਲੈਣ। ਇਹ ਤਾਂ ਸਾਰੇ ਪੰਜਾਬ ਨੂੰ, ਹਰਿਆਣੇ ਨੂੰ, ਪੂਰੇ ਹਿੰਦੁਸਤਾਨ ਨੂੰ ਅੱਜ ਪਤਾ ਲੱਗ ਚੁੱਕਿਆ ਵੀ ਗਦਾਰ ਕੌਣ ਹੈ, ਸੰਘਰਸ਼ ਕੌਣ ਖਰਾਬ ਕਰ ਰਿਹਾ ਹੈ। ਅਸੀਂ 1 ਮਹੀਨੇ ਤੋਂ ਲਗਾਤਾਰ ਇੱਥੇ ਬੈਠਣ, ਰੋਟੀਆਂ ਖਾਣ ਨਹੀਂ ਆਏ। ਸਾਨੂੰ ਕੋਈ ਇੱਕ ਵੀ ਪ੍ਰੋਗਰਾਮ ਦੱਸ ਦੇਣੇ ਜਿਹੜਾ ਇਹਨਾਂ ਨੇ ਦਿੱਤਾ ਹੋਵੇ ਕਿ ਅਸੀਂ ਅੱਗੇ ਆਹ ਕਰਨਾ ਹੈ। ਜੇ ਟਕੈਤ ਸਾਹਿਬ ਨੇ ਇਹ ਸੰਘਰਸ਼ ਬਚਾਇਆ, ਇਹ ਸਾਰਾ ਮੋਰਚਾ ਫੇਲ ਹੋ ਰਿਹਾ ਸੀ 26 ਤੋਂ ਬਾਅਦ। ਟਕੈਤ ਸਾਹਿਬ ਨੇ, ਚਲੋ ਅਸੀਂ ਕਹਿੰਦੇ ਹਾਂ ਚੜੂਨੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ, ਇਹਨਾਂ ਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਜੇ ਅੱਜ ਟਕੈਤ ਸਾਹਿਬ ਕਹਿ ਰਹੇ ਆ ਕਿ ਸੰਸਦ ਘੇਰਾਂਗੇ ਅਸੀਂ, ਤੇ ਇਹ ਕਹਿੰਦੇ ਜੀ ਅਸੀਂ ਸਹਿਮਤ ਨਹੀਂ ਗੇ। ਕਿਉਂ ਨਹੀਂ? ਆਪਸ 'ਚ ਇੱਕ ਹੋਣ। ਪਹਿਲਾਂ ਸਾਡੀ ਮੰਗ ਹੈ ਇਹ ਜਿੰਨੀਆਂ ਜਥੇਬੰਦੀਆਂ ਇੱਕ ਝੰਡੇ ਹੇਠਾਂ ਇਕੱਠੀਆਂ ਹੋਣ, ਫਿਰ ਸਾਡੇ ਨਾਲ ਗੱਲ ਕਰਨ। ਜੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ? ਸੀਨੀਅਰ ਆਗੂ ਨੇ ਇੱਥੋਂ ਦੇ, ਸਾਰਿਆਂ ਨਾਲੋਂ ਸੀਨੀਅਰ ਆਗੂ ਨੇ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨਾਲ ਗੱਲ ਕੀਤੀ ਸੀਗੀ ਕਿ ਨੌਜਵਾਨਾਂ ਦਾ ਇੱਕ ਜੂਥ ਅਲੱਗ ਬਣਾਇਆ ਜਾਵੇ, ਉਹਨਾਂ ਦਾ ਇੱਕ ਪ੍ਰਧਾਨ ਚੁਣਿਆ ਜਾਵੇ। ਉਹ ਕਹਿੰਦੇ ਨੌਜਵਾਨ ਸਾਰੇ ਸਾਡੇ ਨਾਲ ਨੇ, ਇੱਕ ਵੀ ਨੌਜਵਾਨ ਬਾਹਰ ਨਹੀਂ, ਅਸੀਂ ਕਿਉਂ ਬਣਾਈਏ ਉਹਨਾਂ ਦਾ ਅਲੱਗ ਪ੍ਰਧਾਨ, ਕਿਉਂ ਚੁਣੀਏ? ਕੀ ਲੱਗ ਰਿਹਾ ਤੁਹਾਨੂੰ? ਦੇਖੋ ਜੀ, ਨਾਲ ਤਾਂ ਅਸੀਂ ਤਾਂ ਆਪ ਕਹਿੰਦੇ ਅਸੀਂ ਕੋਈ ਲੀਡਰ ਨਹੀਂ ਚੁਣਨਾ, ਨਾ ਅਸੀਂ ਲੀਡਰ ਬਣਨ ਆਏ ਆ ਇੱਥੇ, ਨਾ ਅਸੀਂ ਫੇਮ ਲੈਣ ਆਏ ਆ। ਅਸੀਂ ਇੱਕ ਆਪਦੀ ਰੋਟੀ ਦੀ ਲੜਾਈ ਲੜਨ ਆਏ ਆ। ਅਸੀਂ ਇਹਨਾਂ ਨੂੰ ਫੋਲੋ ਕਰਦੇ ਆ, ਪਰ ਸਾਡੀਆਂ ਭਾਵਨਾਵਾਂ ਨੂੰ ਤਾਂ ਸਮਝਣ। ਇਹ ਅਸੀਂ ਚਾਹੁੰਦੇ ਆ ਵੀ ਇਹ ਜੋ ਕਿਸਾਨ ਬੈਠੇ ਚਾਹੁੰਦੇ ਆ ਸਾਰੇ, ਵੀ ਉਹਨਾਂ ਨੂੰ ਪੁੱਛਿਆ ਤਾਂ ਜਾਵੇ ਵੀ ਆਪਾਂ ਨੂੰ ਅੱਗੇ ਕਰਨਾ ਕੀ ਚਾਹੀਦਾ।
ਇਹ ਤਾਂ ਜੋ ਸਰਕਾਰ ਚਾਹੁੰਦੀ ਹੈ ਤਾਂ ਉਹੀ ਕਰੀ ਜਾਂਦੇ ਆ। ਇਹ ਕੀ ਸੁਝਾਅ ਦੇਣਗੇ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ? ਦੇਖੋ, ਇੱਕ ਤਾਂ ਮੈਨੇਜਮੈਂਟ 'ਚ ਬਹੁਤ ਘੱਟ ਹੈ, ਇੱਕ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ, ਕੋਆਰਡੀਨੇਟਰ ਹੋਣੇ ਚਾਹੀਦੇ ਹੈ, ਜਿਹੜਾ ਤਾਲਮੇਲ ਹੈ ਕਿਤੇ ਨਾ ਕਿਤੇ ਗੈਪ ਹੈ, ਜਿਹੜਾ ਜਥੇਬੰਦੀਆਂ ਦਾ ਤਾਂ 1% ਵੀ ਕਿਸਾਨਾਂ ਨਾਲ ਇਸ ਸੰਪਰਕ 'ਚ ਨਹੀਂ ਹੈਗੇ, 1% ਵੀ ਇਹ ਵਿਚਰਦੇ ਨਹੀਂਗੇ। ਅੱਜ ਰਾਜੇਵਾਲ ਸਾਹਿਬ ਕਹਿ ਦੇਣ, ਮੈਂ ਸਭ ਤੋਂ ਇਹਨਾਂ 'ਚੋਂ ਜਿਹੜੇ ਅੱਗੇ ਹੋ ਕੇ ਗੱਲਬਾਤ ਕਰਦੇ ਆ, ਅੱਜ ਕਹਿ ਦੇਣ ਇੱਕ ਵਾਰੀ ਵੀ ਇੱਥੋਂ ਲੈ ਕੇ ਪਿੱਛੇ ਤੱਕ ਜਾ ਕੇ ਆਏ ਕਿਸੇ ਕੋਲੇ? ਕਦੇ ਕੋਈ ਬੰਦਾ ਕਹਿ ਦੇ ਸੰਘਰਸ਼ 'ਚੋਂ ਕਿ ਅਸੀਂ ਉਹਨਾਂ ਨੂੰ ਦੇਖਿਆ ਜੀ ਇੱਥੇ ਆਏ ਆ ਸਾਡੇ ਕੋਲੇ, ਜਾਂ ਸਤਿ ਸ਼੍ਰੀ ਅਕਾਲ ਹੀ ਬੁਲਾ ਗਏ ਹੋਣ, ਜਾਂ ਲੰਘਦੇ ਹੱਥ ਹਿਲਾ ਗਏ ਹੋਣ? ਕਿਸੇ 'ਚ ਵਿਚਰਦੇ ਨਹੀਂ ਇਹ। ਇਹਨਾਂ ਨੂੰ ਹੁਣ ਵਿਚਰਨ ਦੀ ਲੋੜ ਹੈ, ਔਰ ਇਹਨਾਂ ਦਾ ਅਗਲੀ ਸਲਾਹ ਸਾਡੀ ਇਹ ਹੈ ਕਿ ਬੀ ਪਲਾਨ ਹੋਣਾ ਜ਼ਰੂਰੀ ਹੈ। ਜੇ ਇਹ ਅਰੈਸਟ ਹੁੰਦੇ ਆ ਜਾਂ ਕੁਝ ਹੁੰਦਾ ਹੈ, ਉਸ ਤੋਂ ਬਾਅਦ ਇਸ ਮੋਰਚੇ ਦੀ ਵਾਗਡੋਰ ਕੌਣ ਸੰਭਾਲੂਗਾ? ਇਹਨਾਂ ਦੀ ਪ੍ਰੋਪਰ ਟੀਮ ਹੋਣੀ ਚਾਹੀਦੀ ਹੈ, ਔਰ ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਸਪੋਕਸਪਰਸਨ ਹੋਣੇ ਚਾਹੀਦੇ ਆ, ਜਿਹੜੇ ਇਹ ਇੰਨੇ ਇਨਸਿਕਿਉਰ ਹੈ, ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਦੇ। ਇਹਨਾਂ ਨੂੰ ਇਹ ਹੁੰਦਾ ਵੀ ਸਾਰਾ ਕੁਝ ਅਸੀਂ ਹੀ ਕਰੀਏ, ਹਰ ਪਾਸੇ ਅਸੀਂ ਹੋਈਏ, ਇੱਕ ਵੀ ਮਾਈਕ ਸਾਡੇ ਹੱਥ 'ਚ ਹੀ ਹੋਵੇ। ਇਹਨਾਂ ਨੂੰ ਉਹ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ ਹੈ। ਸਪੋਕਸਪਰਸਨ ਹੋਣੇ ਚਾਹੀਦੇ ਹੈ, ਜਿਹੜੇ ਸਾਰਾ ਦਿਨ ਨੋਟਸ ਬਣਾਉਣ, ਬੈਠੇ ਲਿਖਣ। ਉਹਨਾਂ ਦਾ ਸਟੇਜ ਤੇ ਕੋਈ ਕੰਮ ਨਹੀਂ। ਜਿੱਥੇ ਵੀ ਟੀਵੀ ਚੈਨਲਾਂ ਤੇ ਜਾਂ ਕਿਤੇ ਵੀ ਪ੍ਰੈਸ ਕਾਨਫਰੰਸ ਹੈ, ਜਾਂ ਕੋਈ ਗੱਲ ਕਰਦਾ, ਕੋਈ ਪੋਸਟ ਪਾਉਂਦਾ, ਤਾਂ ਉਹਦਾ ਜਵਾਬ ਉਹ ਦੇਣ, ਉਹਨਾਂ ਕੋਲੇ ਤਿਆਰੀ ਹੋਵੇ, ਉਹ ਬੋਲਣ। ਇਹ ਤਾਂ ਕਿਸੇ ਦੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ, 2-2 3-3 ਦਿਨ। ਜੇ ਕੋਈ ਕਹਿੰਦਾ ਕੀ ਕਾਲੇ ਕਾਨੂੰਨ ਹੈ, ਤੇ ਅੱਗੋਂ ਉਹਨੂੰ ਜਵਾਬ ਨਹੀਂ ਦਿੰਦੇ, ਉਹ ਸਾਡੇ ਦੱਸੇ ਹੋਏ ਆ, ਸਾਡੇ ਨਾਲ ਸਰਕਾਰ ਗੱਲ ਨਹੀਂ ਕਰਦੀ। ਇਹ ਕੋਈ ਜਵਾਬ ਨਹੀਂ ਹੈ, ਉਹਨੂੰ ਪ੍ਰੋਪਰ ਜਵਾਬ ਦੇਣ। ਇਹਨਾਂ ਦਾ ਪੂਰਾ ਸਟੇਜ ਦਾ ਸਿਸਟਮ ਹੋਣਾ ਚਾਹੀਦਾ, ਪੜ੍ਹੇ ਲਿਖੇ ਸਟੇਜ ਸੈਕਟਰੀ ਹੋਣੇ ਚਾਹੀਦੇ ਆ, ਜਿਹੜੇ ਬੰਦੇ ਦੀ ਕਾਬਲੀਅਤ ਨੂੰ ਸਮਝਣ ਵੀ ਇਹ ਸਕਾਲਰ ਹੈ ਜਾਂ ਇਹ ਪ੍ਰੋਫੈਸਰ ਹੈ, ਇਹ ਕੋਈ ਚੰਗੀ ਪੋਸਟ 'ਤੇ ਹੈ, ਵੀ ਇਹ ਚੰਗਾ ਬੋਲਣ ਵਾਲਾ ਬੁਲਾਰਾ ਹੈ, ਇਹਨੂੰ ਟਾਈਮ ਅਸੀਂ ਵੱਧ ਦੇਣਾ ਹੈ। ਇਹ 2 ਮਿੰਟ ਟਾਈਮ ਦਿੰਦੇ ਆ, ਉਹ 2 ਮਿੰਟ 'ਚ ਪਹਿਲਾਂ 5 ਮਿੰਟ ਤਾਂ 2 ਮਿੰਟ ਟਾਈਮ 'ਚੋਂ 5 ਜਕਾਰੇ ਲਾਉਂਦੇ ਆ, ਪਹਿਲਾਂ ਬੋਲੇ ਸੋ ਨਿਹਾਲ, ਠੀਕ ਹੈ ਜੀ, ਉਹ ਥੋੜ੍ਹਾ ਜਿਹਾ ਬੋਲਦਾ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਉਹਦੇ ਕੋਲੇ ਅੱਧਾ ਮਿੰਟ ਰਹਿ ਜਾਂਦਾ ਬੋਲਣ ਨੂੰ, ਪਿੱਛੋਂ ਫਿਰ ਉਂਗਲਾਂ ਲਾਉਣੀਆਂ ਸ਼ੁਰੂ ਕਰ ਦਿੰਦਾ ਸਟੇਜ ਸੈਕਟਰੀ ਵੀ ਤੇਰਾ ਟਾਈਮ ਪੂਰਾ ਹੋ ਗਿਆ। ਤੇ ਕੀ ਵਿਚਾਰ ਰੱਖਾਂਗੇ ਅਸੀਂ? ਚੰਗੇ ਬੁਲਾਰਿਆਂ ਨੂੰ ਕਿਤੇ ਇੱਥੇ ਟਾਈਮ ਨਹੀਂ ਮਿਲਦਾ। ਜਿਹੜੇ ਇਹਨਾਂ ਦੇ ਸਿਫਾਰਸ਼ੀ ਹੈ ਜਾਂ ਜਥੇਬੰਦੀਆਂ ਨਾਲ ਜੁੜੇ ਹੋਏ ਸਿਰਫ ਸਟੇਜ ਤੇ ਉਹੀ ਬੋਲਦੇ ਆ। ਅੱਜ ਵੀ ਉਹੀ ਹੋਇਆ, ਅੱਜ ਸਿਰਫ ਇੱਕ ਇਹਨਾਂ ਨੇ ਡਰਾਮਾ ਕੀਤਾ, ਔਰ ਇੱਥੇ ਕੋਈ ਯੂਥ ਜਿੰਨਾ ਵੀ ਇਹਨਾਂ ਦੇ ਆਪਦੇ ਬੰਦੇ ਆ ਜਾਂ ਆਪਦੇ ਸਿਫਾਰਸ਼ੀ ਆ, ਪ੍ਰੀ ਪਲਾਨਡ ਸੀਗਾ ਸਟੇਜ। ਤੇ ਸਾਡੀ ਅੱਜ ਨਾਰਾਜ਼ਗੀ ਇਹਨਾਂ ਨਾਲ ਇਸ ਗੱਲ ਤੋਂ ਕਿ ਇਹ ਸਟੇਜ ਇਹਨਾਂ ਨੇ ਆਪ ਹੀ ਸਾਂਭਿਆ ਹੋਇਆ, ਉਹ ਸਭ ਡਰਾਮਾ ਕੀਤਾ। ਜੀ ਜੀ ਜੀ, ਧੰਨਵਾਦ ਜੀ। ਹਾਂਜੀ, ਇਹ ਸਨ ਨੌਜਵਾਨ ਜਿਹੜੇ ਕਹਿ ਰਹੇ ਨੇ ਕਿ ਅਸੀਂ ਕਿਸਾਨ ਜਥੇਬੰਦੀਆਂ ਤੋਂ ਨਾਰਾਜ਼ ਹਾਂ। ਅੱਜ ਦਾ ਜਿਹੜਾ ਦਿਨ ਸੀਗਾ ਨੌਜਵਾਨਾਂ ਨੂੰ ਸਮਰਪਿਤ ਸੀਗਾ, ਤੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇੱਥੇ ਆਏ ਸੀਗੇ, ਸਾਨੂੰ ਮੌਕਾ ਨਹੀਂ ਦਿੱਤਾ ਗਿਆ। ਹੋਰ ਵੀ ਸਾਡੇ ਨਾਲ ਵੀਰ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦਾਸ ਅਮਰਜੀਤ ਸਿੰਘ, ਕਨਵੀਨਰ ਆ ਪੰਜਾਬ ਤੋਂ ਰਾਸ਼ਟਰੀ ਕਿਸਾਨ ਸੰਗਠਨ ਦਾ ਜੀ। ਕੀ ਲੱਗਦਾ ਵੀਰ ਜੀ, ਨੌਜਵਾਨ ਕਿਤੇ ਨਾ ਕਿਤੇ ਨਾਰਾਜ਼ ਚੱਲ ਰਹੇ ਨੇ? ਦੇਖੋ, ਨਾਰਾਜ਼ਗੀ ਤਾਂ ਹੈਗੀ ਹੈ ਨੌਜਵਾਨਾਂ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਜ਼ਿਆਦਾਤਰ ਕਮਿਊਨੀਕੇਸ਼ਨ ਦਾ ਗੈਪ ਹੈ। ਨਾਰਾਜ਼ਗੀ ਜਿਹੜੀ ਹੈ ਨਾ, ਉਹ ਕਮਿਊਨੀਕੇਸ਼ਨ ਦਾ ਗੈਪ ਹੈ। ਕਮਿਊਨੀਕੇਸ਼ਨ ਜਦੋਂ ਪ੍ਰੋਪਰ ਨਹੀਂ ਨਾ ਹੁੰਦਾ, ਫਿਰ ਕਈ ਵਾਰ ਗਲਤਫਹਿਮੀਆਂ ਪੈਦਾ ਹੋ ਜਾਂਦੀਆਂ ਬੰਦਿਆਂ ਦੇ ਮਨਾਂ ਦੇ ਵਿੱਚ, ਉਹ ਪ੍ਰੋਬਲਮ ਜੀ, ਕਮਿਊਨੀਕੇਸ਼ਨ ਦਾ ਗੈਪ। ਤੇ ਉਹ ਕਹਿ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੇ, ਉਹਨਾਂ ਦੇ ਜਥੇਬੰਦੀਆਂ ਨਾਲ ਸੰਬੰਧਿਤ ਨੇ, ਉਹਨਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ, ਅਸੀਂ ਆਏ ਸੀਗੇ, ਸਾਨੂੰ ਬੋਲਣ ਨਹੀਂ ਦਿੱਤਾ ਗਿਆ। ਦੇਖੋ, ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਜੇ ਜਥੇਬੰਦੀਆਂ ਨੂੰ ਇਕੱਲੀਆਂ ਨੂੰ ਕਹੀਏ ਤੇ 507 ਜਥੇਬੰਦੀਆਂ ਨੇ, ਫਿਰ ਤਾਂ ਵਾਰੀ ਨਹੀਂ ਆ ਸਕਦੀ। ਜੇ ਜਥੇਬੰਦੀਆਂ ਦੇ ਤੌਰ ਤੇ ਹੀ ਜਾਣਿਆ ਜਾਵੇ, ਤੇ ਬਿਨਾਂ ਜਥੇਬੰਦੀਆਂ ਤੋਂ ਵੀ ਨੌਜਵਾਨ ਜਿਹੜੇ ਨੇ ਬੋਲਣ ਦੇ ਨੇ। ਕਈ ਵਾਰ ਕੀ ਹੁੰਦਾ ਕਿ ਕੋਈ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲਾ ਆਦਮੀ ਬੈਠ ਜਾਂਦਾ ਹੈ ਨਾ, ਜਿਸ ਤਰ੍ਹਾਂ ਉੱਥੇ ਡਿਊਟੀਆਂ ਲੱਗੀਆਂ ਹੋਈਆਂ ਨੇ, ਤੇ ਉਹਦੇ ਵਿੱਚ ਮੰਨ ਲਓ ਮੇਰੀ ਡਿਊਟੀ ਲੱਗੀ ਆ, ਤੇ ਮੇਰੀ ਕੋਈ ਸੋਚ ਸਮਝ ਉਸ ਤਰ੍ਹਾਂ ਦੀ ਆ, ਤਾਂ ਮੈਂ ਉਸ ਤਰ੍ਹਾਂ ਦਾ ਜਵਾਬ ਦੇ ਦਿੰਦਾ। ਤੇ ਜਿਹੜੇ ਨੌਜਵਾਨ ਹੁੰਦੇ ਨੇ ਛੇਤੀ ਨਾਲ ਭੜਕ ਜਾਂਦੇ ਨੇ, ਹੈ ਨਾ, ਉਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰ ਪਾਉਂਦੇ। ਉਹ ਇਹ ਜ਼ਰੂਰ ਹੋ ਜਾਂਦਾ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਕਮਿਊਨੀਕੇਸ਼ਨ ਦਾ ਗੈਪ ਔਰ ਇੱਕ ਦੂਸਰੇ ਦੀ ਗੱਲ ਨੂੰ ਸਮਝਣ ਦੇ ਵਿੱਚ ਪ੍ਰੋਬਲਮ ਜ਼ਰੂਰ ਹੈਗੀ ਆ। ਵੈਸੇ ਨੌਜਵਾਨਾਂ ਤੋਂ ਬਿਨਾਂ ਅਸੀਂ ਵੀ ਕਾਹਦੇ ਜੋਗੇ ਹਾਂ? ਔਰ ਜੇ ਮੈਂ ਕਹਾਂ ਤਾਂ ਮੈਂ ਤਾਂ ਆਪ ਹੀ ਅਜੇ ਨੌਜਵਾਨ ਹਾਂ ਨਾ, ਫਿਰ ਤਾਂ ਸੀਨੀਅਰ ਦੇ ਉਹ ਕੀ ਕਹਿੰਦੇ ਹੁੰਦੇ ਦਹਿਲੀਜ਼ 'ਤੇ ਖੜਾ ਹੈ, ਔਰ ਨੌਜਵਾਨੀ ਨੂੰ ਛੱਡਣ ਵਾਲੀ ਫੜਾਕ ਦੇ ਵਿੱਚ ਹੁਣ ਮੇਰਾ ਤਾਂ ਇੱਕ ਹੱਥ ਨੌਜਵਾਨਾਂ ਵਾਲੇ ਪਾਸੇ ਆ, ਤੇ ਦੂਜਾ ਹੱਥ ਜਿਹੜਾ ਉਹ ਸੀਨੀਅਰਾਂ ਵਾਲੇ ਪਾਸੇ ਆ। ਤਾਂ ਜਿਸ ਚੀਜ਼ ਨੂੰ ਮੈਂ ਸਮਝ ਸਕਦਾ ਮੇਰੇ ਹਿਸਾਬ ਨਾਲ, ਕਿਉਂਕਿ ਮੈਂ ਉਸ ਦਹਿਲੀਜ਼ 'ਤੇ ਖੜਾ, ਤੇ ਉਹ ਮੈਨੂੰ ਨਹੀਂ ਲੱਗਦਾ ਵੀ ਛੇਤੀ ਨਾਲ ਹੋਰ ਕੋਈ ਸਮਝ ਸਕਦਾ ਹੈ। ਉਹ ਮੇਰੇ ਹਿਸਾਬ ਦੇ ਨਾਲ ਜਿਹੜਾ ਮੇਰਾ ਨਿੱਜੀ ਤਜਰਬਾ ਕਹਿੰਦਾ, ਔਰ ਜੋ ਮੇਰਾ ਸਟੈਂਡ ਹੈ ਉਹਦੇ ਮੁਤਾਬਕ, ਕਿ ਥੋੜ੍ਹਾ ਜਿਹਾ ਅਗਰ ਅਸੀਂ ਕਿਸੇ ਚੀਜ਼ ਨੂੰ ਸਮਝ ਕੇ, ਸੋਚ ਕੇ, ਔਰ ਮਜਬੂਰੀ ਨੂੰ ਸਮਝੀਏ ਕਿਸੇ ਦੀ ਨੂੰ, ਔਰ ਉਹਦੇ ਬਾਅਦ ਗੱਲ ਕਰੀਏ ਤਾਂ ਉਹ ਜ਼ਿਆਦਾ ਬੈਟਰ ਹੈ। ਮੈਂ ਆਗੂਆਂ ਨੂੰ ਵੀ ਇਹ ਗੱਲ ਕਹਿਣਾ, ਆਪਣੇ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਵੀ ਅਸੀਂ ਵੀ ਅਗਲੇ ਦੀਆਂ ਭਾਵਨਾਵਾਂ ਨੂੰ ਸਮਝੀਏ। ਅਗਲਾ ਚੱਲ ਕੇ ਆਇਆ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਕਿਸੇ ਜਥੇਬੰਦੀ ਨਾਲ ਹੀ ਹੋਏਗਾ। ਉਹ ਨਿੱਜੀ ਤੌਰ ਤੇ ਵੀ ਲੋਕ ਆਏ ਹੋਏ ਨੇ, ਜਿਹੜੇ ਅਸੀਂ ਇੱਥੇ ਕਹਿ ਦਿੰਦੇ ਹਾਂ ਵੀ
ਪਾਰਟੀਆਂ ਦੇ ਤੌਰ ਤੇ ਮੈਂ ਫਾਰ ਐਗਜ਼ਾਮਪਲ ਲੱਗਿਆ ਕਹਿਣ ਕਿ ਕਾਂਗਰਸ ਨਾਲ ਹੈ, ਅਕਾਲੀਆਂ ਨਾਲ ਹੈ ਜਾਂ ਉਹੀ ਸਿਸਟਮ ਅਸੀਂ ਇੱਥੇ ਨਾ ਚਲਾਈਏ ਆਪਣੇ ਵਿੱਚ ਲਿਆ ਕੇ ਵੀ ਇਸ ਜਥੇਬੰਦੀ ਦਾ ਹੈ, ਉਸ ਜਥੇਬੰਦੀ ਦਾ ਹੈ। ਤੇ ਮੈਂ ਆਗੂਆਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਾਂਗਾ ਵੀ ਥੋੜਾ ਜਿਹਾ ਆਪਣੀਆਂ ਜਿਸ ਤਰ੍ਹਾਂ ਦੇਖ ਰਹੇ ਹੋ ਕੁਝ ਆਗੂ ਨੇ ਇੱਥੋਂ ਐਲਾਨ ਕੀਤਾ ਗਿਆ ਹੈ ਕਿ ਮੈਂ ਸੱਦੀ ਨਾ ਬੁਲਾਈ, ਮੈਂ ਲੜ ਦੀ ਤਾਈ, ਇਦਾਂ ਦੇ ਬਿਆਨ ਦਿੱਤੇ ਗਏ ਨੇ ਕਿ ਨੌਜਵਾਨਾਂ ਨੇ ਜਿਹੜੀ ਰੈਲੀ ਕੀਤੀ ਸੀਗੀ ਮਹਾਰਾਜ 'ਚ ਉਹ ਏਜੰਸੀਆਂ ਦੀ ਚਾਲ ਆ, ਇਦਾਂ ਦੀਆਂ ਅਨਾਉਂਸਮੈਂਟਾਂ ਹੋਈਆਂ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਦੇਖੋ, ਏਜੰਸੀਆਂ ਦੀ ਕੋਈ ਚਾਲ ਨਹੀਂ ਹੈ। ਸਿਆਣੇ ਨੇ ਕਿਹਾ ਹੈ ਕਿ ਮਰਦਾ ਕੀ ਨਹੀਂ ਕਰਦਾ, ਹੈ ਨਾ। ਅੱਜ ਸਾਡੇ ਨੌਜਵਾਨਾਂ ਤੇ ਸਰਕਾਰ ਭਾਰੂ ਹੋਈ ਪਈ ਹੈ ਤੇ ਵਾਰੀ ਸਾਡੀ ਆਉਣੀ ਹੈ। ਇਹ ਭਾਰੂ ਕਿਉਂ ਹੋਈ ਆ? ਗਲਤੀ ਨਹੀਂ ਲੱਗ ਰਹੀ ਕਿਤੇ ਨਾ ਕਿਤੇ? ਜਦੋਂ ਆਪ ਹੀ ਕਹਿ ਦੇਣਾ ਕੋਈ ਗੱਲ, ਜੇ ਉਦੋਂ ਹੀ ਸਾਂਭਿਆ ਜਾਂਦਾ, ਲੱਗਦਾ ਨਹੀਂ ਤੀ ਇਹ ਨੌਬਤ ਆਉਣੀ ਓ ਨਹੀਂ ਤੀ, ਉਦੋਂ ਹੀ ਕਹਿ ਦਿੰਦੇ ਵੀ ਹੋ ਗਿਆ ਕੋਈ ਗੱਲ ਨਹੀਂ। ਇਦਾਂ ਦੇ ਕੋਈ ਐਲਾਨ ਹੈ, ਗਦਾਰੇ ਨਾਲ ਲਿਖਿਆ ਜਾਂਦਾ, ਪਾੜ ਨਾ ਦਿਖਾਇਆ ਜਾਂਦਾ ਵੀ ਸਾਡੇ ਵਿੱਚ ਫੁੱਟ ਹੈ, ਇਦਾਂ ਦਾ ਕੁਝ ਦਿਖਾਇਆ ਹੀ ਨਾ ਜਾਂਦਾ? ਨਹੀਂ, ਫੁੱਟ ਤਾਂ ਨਹੀਂ ਹੈ। ਐਕਚੁਅਲੀ ਕੀ ਹੈ, ਦੇਖੋ ਸਰਕਾਰ ਨੇ ਆਗੂਆਂ ਦੇ ਮੂੰਹ 'ਚ ਗੱਲ ਪਾਤੀ ਜੀ, ਔਰ ਆਗੂ ਉਸ ਤਰ੍ਹਾਂ ਬੋਲ ਗਏ, ਠੀਕ ਹੈ, ਹੋਇਆ ਇਸ ਤਰ੍ਹਾਂ ਹੈ। ਜਾਂ ਮੈਂ ਦੂਜੇ ਪਾਸੇ ਕਹਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਹਾਂ, ਕਿਉਂਕਿ ਅਸੀਂ ਕਾਲ ਦਿੰਦੇ ਹਾਂ ਕਿ ਆਓ ਜੀ ਅਸੀਂ ਦਿੱਲੀ 'ਚ ਪਰੇਡ ਕਰਾਂਗੇ, ਟੈਂਕ ਦੇ ਬਰਾਬਰ ਤੇ ਸਾਡਾ ਟਰੈਕਟਰ ਦੌੜੇਗਾ, ਝੰਡਾ ਅਸੀਂ ਚਲਾਵਾਂਗੇ ਵਗੈਰਾ ਵਗੈਰਾ, ਠੀਕ ਹੈ। ਤੁਹਾਡੇ ਮੀਡੀਆ ਦੇ ਥਰੂ ਹੀ ਗਈਆਂ ਨੇ, ਮੈਂ ਤਾਂ ਕਹਿ ਨਹੀਂ ਰਿਹਾ। ਤੁਸੀਂ ਦੇਖ ਸਕਦੇ ਹੋ ਪਿੱਛੋਂ ਤੋਂ 26 ਜਨਵਰੀ ਤੋਂ ਪਿੱਛੋਂ ਤੋਂ ਕੀ ਸਾਡੇ ਬਿਆਨ ਸੀਗੇ ਨਾ, ਇਨਕਲੂਡ ਆ, ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ, ਠੀਕ ਹੈ ਨਾ। ਇੱਕ ਆਗੂ ਹੁਣ ਫਿਰ ਜਦੋਂ ਇਹ ਕਾਲ ਅਸੀਂ ਦੇ ਲਈ, ਉਹਦੇ ਬਾਅਦ ਕੁਐਸਚਨ ਵੀ ਉੱਠੇ, ਸਭ ਤੋਂ ਵੱਧ ਤਾਂ ਹੱਲਾ ਵੀ ਮੈਂ ਕਰਿਆ ਮੀਟਿੰਗਾਂ ਦੇ ਵਿੱਚ ਜਾ ਕੇ ਵੀ ਜਦੋਂ ਅਸੀਂ ਕਾਲ ਦਿੱਤੀ ਸੀ ਉਦੋਂ ਸਰਕਾਰ ਨੂੰ ਪੁੱਛਿਆ ਸੀ ਜਾਂ ਨੌਜਵਾਨਾਂ ਨੂੰ ਪੁੱਛਿਆ ਸੀ ਵੀ ਅਸੀਂ ਇਹ ਕਾਲ ਕਰ ਲੱਗੇ। ਅਸੀਂ ਉੱਤੋਂ ਸਟੇਜ ਤੇ ਚੜ੍ਹ ਕੇ ਜੋ ਸਾਡੇ ਦਿਲ ਦਿਮਾਗ 'ਚ ਆਇਆ ਬੋਲਤਾ, ਜੋਸ਼ ਦੇ ਵਿੱਚ ਆ ਕੇ, ਹੈ ਨਾ। ਅਸੀਂ ਪੂਰੀ ਸੰਗਤ ਨੌਜਵਾਨਾਂ ਦਾ ਜੋਸ਼ ਵੇਖ ਕੇ ਅਸੀਂ ਆਪਣਾ ਹੋਸ਼ ਖੋ ਕੇ ਫਿਰ ਇਹ ਕਹੀਏ, ਅਸੀਂ ਇਹ ਬੋਲਾਂਗੇ ਨਾ ਅਸੀਂ ਕਿ ਅਸੀਂ ਇਹੋ ਜਿਹੇ ਬਿਆਨ ਦਿੱਤੇ ਨੇ। ਤੇ ਜੇ ਅਸੀਂ ਉਹ ਬਿਆਨ ਦਿੱਤੇ ਨੇ ਤੇ ਫਿਰ ਅਸੀਂ ਭੱਜਦੇ ਕਿਉਂ ਆ? ਅਸੀਂ ਕਹੀਏ ਹਾਂ ਸਾਡੇ ਨੇ, ਅਸੀਂ ਬੁਲਾਏ ਸੀ, ਸਾਡੇ ਬੁਲਾਵੇ ਤੇ ਆਏ ਨੇ, ਅਸੀਂ ਕੀਤਾ, ਕਿਉਂ ਭੱਜੀਏ? ਤੁਹਾਡੇ ਤਾਂ ਖਿਲਾਫ ਲੜ ਰਹੇ ਆ ਨਾ, ਸਰਕਾਰ ਦੇ ਤਾਂ ਖਿਲਾਫ ਹਾਂ, ਸਰਕਾਰ ਤੇ ਸਾਡੀ ਦੁਸ਼ਮਣ ਹੈ, ਫਿਰ ਡਰਨ ਵਾਲੀ ਕਿਹੜੀ ਗੱਲ ਹੈ? ਬੁਲਾਏ ਨੇ, ਹਾਂ ਬੁਲਾਏ ਨੇ, ਹੁਣ ਵੀ ਬੁਲਾਵਾਂਗੇ। ਹੁਣ ਜਿਹੜੀ ਕਾਲ ਦੇ ਰਹੇ ਹਾਂ ਅਸੀਂ ਦੁਬਾਰਾ ਪਾਰਲੀਮੈਂਟ ਘੇਰਨ ਨੂੰ, ਤੇ ਕੀ ਸਾਡੇ ਉਹ ਬਜ਼ੁਰਗ ਜਿਹੜੇ ਵਿਚਾਰੇ ਗੋਡਿਆਂ ਤੋਂ ਰਹੇ ਹੋਏ ਨੇ ਉਹ ਤੋੜ ਕੇ ਜਾਣਗੇ ਬੈਰੀਕੇਡ? ਨੌਜਵਾਨਾਂ ਹੀ ਜਾਣਾ ਨਾ। ਤੇ ਤਾਂ ਮੈਂ ਤੁਹਾਨੂੰ ਕਿਹਾ ਕਿ ਕਮਿਊਨੀਕੇਸ਼ਨ ਦਾ ਗੈਪ ਹੈ। ਦੂਸਰਾ, ਸਾਨੂੰ ਸਮਝਣ ਦੀ ਲੋੜ ਹੈ, ਸਰਕਾਰ ਨਾਲ ਲੜਨਾ ਹੈ, ਸਰਕਾਰ ਵਾਂਗ ਸੋਚਣਾ ਹੈ, ਸਰਕਾਰ ਜਿਸ ਤਰ੍ਹਾਂ ਦਾ ਸੋਚਦੀ ਹੈ ਉਸ ਤਰ੍ਹਾਂ ਦਾ ਜਵਾਬ ਦੇਣਾ ਹੈ। ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਕਨਵੇ ਕਰਾਂਗਾ ਆਮ ਪਬਲਿਕ ਨੂੰ। ਸਰਕਾਰ ਦਾ ਫੰਡਾ ਹੁਣ ਤੱਕ ਹਰ ਫੇਲ ਹੋਇਆ ਹੈ, ਕਿਤੇ ਸਰਕਾਰ ਪਾਸ ਨਹੀਂ ਹੋਈ। ਨੀਅਤ ਨੂੰ ਮੁਰਾਦ ਹੁੰਦੀ ਹੈ। ਤਾਂ ਮੈਂ ਇੱਕ ਵਾਰੀ ਪਹਿਲਾਂ ਵੀ ਮੀਡੀਆ ਦੇ ਵਿੱਚ ਕਿਹਾ ਸੀ ਕਿ ਅਗਰ ਕਿਸੇ ਨੇ ਅੱਜ ਦੇ ਦਿਨਾਂ ਦੇ ਵਿੱਚ ਇਸ ਡਿਊਰੇਸ਼ਨ 'ਚ 68 ਮਤਲਬ 68 ਤੀਰਥਾਂ ਦੀ ਯਾਤਰਾ ਕਰਨੀ ਹੈ ਤਾਂ ਇਸ ਅੰਦੋਲਨ 'ਚ ਆ ਜੇ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ। ਅੱਜ ਉਹ ਟਾਈਮ ਹੈ ਕਿ 33 ਕਰੋੜ ਦੇਵੀ ਦੇਵਤੇ ਇੱਥੇ ਬਿਰਾਜਮਾਨ ਨੇ, ਅੱਜ ਇੱਥੇ ਸਰਵਿਸ ਲੈ ਕੇ ਇੱਥੇ ਸਰਵਿਸ ਪ੍ਰੋਵਾਈਡ ਵੀ ਕਰ ਰਿਹਾ। ਨਹੀਂ ਤਾਂ ਪਹਿਲਾਂ ਮੈਂ ਬੋਲਦਾ ਹੁੰਦਾ ਸੀ ਵੀ 33 ਕਰੋੜ ਦੇਵੀ ਦੇਵਤੇ ਪੂਜਦੇ ਤਾਂ ਅਸੀਂ ਹਾਂ ਤੇ ਸਰਵਿਸ ਬਾਹਰ ਵਿਦੇਸ਼ਾਂ 'ਚ ਪ੍ਰੋਵਾਈਡ ਕਰਦੇ ਆ। ਪਰ ਅੱਜ ਮੈਂ ਕਹਿਣਾ ਹੈ ਕਿ 33 ਕਰੋੜ ਦੇਵੀ ਦੇਵਤੇ ਜੇਕਰ ਪੂਜਾ ਇੱਥੇ ਹੋ ਰਹੀ ਹੈ ਤੇ ਸਰਵਿਸ ਵੀ ਇੱਥੇ ਹੀ ਪ੍ਰੋਵਾਈਡ ਹੋ ਰਹੀ ਹੈ, ਠੀਕ ਹੈ ਜੀ। ਅੱਜ ਸਾਰਾ ਕੁਝ ਇੱਥੇ ਮੌਜੂਦ ਹੈ। ਅੱਜ ਅੱਲਾ, ਰਾਮ, ਰਹੀਮ, ਵਾਹਿਗੁਰੂ ਸਾਹਿਬ ਇੱਥੇ ਮੌਜੂਦ ਨੇ, ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਠੀਕ ਹੈ, ਇੱਥੇ ਹੀ ਸਭ ਕੁਝ ਹੈ। ਸੋ ਇਸ ਕਰਕੇ ਮੈਂ ਇਹ ਬੇਨਤੀ ਕੀਤੀ, ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਸਰਕਾਰ ਹਰ ਚੀਜ਼ 'ਚ ਫੇਲੀਅਰ ਹੈ। ਅੱਜ ਸਰਕਾਰ ਦਾ ਇੱਕ ਨਵਾਂ ਪੈਂਤਰਾ ਕੀ ਹੈ, ਆ 22-23 ਦਿਨਾਂ ਦੇ ਵਿੱਚ ਹੀ ਤੇਲ ਨੂੰ ਇੰਨਾ ਚੁੱਕ ਕੇ ਲੈ ਜਾਣਾ, ਉਹਦੇ ਪਿੱਛੇ ਕੀ ਮੈਂਟੈਲਿਟੀ ਉਹਨਾਂ ਦੀ, ਕੀ ਆਈਡੀਓਲੋਜੀ ਹੈ? ਉਹਨਾਂ ਦਾ ਮਕਸਦ ਹੈ ਇਸ ਅੰਦੋਲਨ ਦੇ ਪੈਰਲਲ ਜੋ ਪਹਿਲਾਂ ਸਰਕਾਰ ਨੇ ਕੋਸ਼ਿਸ਼ ਕੀਤੀ ਆਪਣੇ ਜਾਲੀ ਕਿਸਾਨ ਬਣਾ ਕੇ ਖੜਾਉਣ ਦੀ, ਉਹ 'ਚ ਫੇਲ ਹੋ ਗਏ। ਉਹਨਾਂ ਕਿ ਇਹਦੇ 'ਚ ਤੇ ਫੇਲ ਆ, ਆਮ ਜਨਤਾ ਨੂੰ ਕਿਉਂ ਨਾ ਖੜਾ ਲਿਆ ਜਾਏ। ਤੇ ਉਹਨਾਂ ਨੇ ਤੇਲ ਦੀ ਕੀਮਤ, ਰਸੋਈ ਗੈਸ ਦੀ ਕੀਮਤ ਵਧਾ ਕੇ ਇੱਕ ਅੰਦੋਲਨ ਹੋਰ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਜੋ ਆ ਅੰਦੋਲਨ ਲੋਕਾਂ ਦੇ ਦਿਲ ਦਿਮਾਗ 'ਚ ਘਰ ਕਰ ਚੁੱਕਿਆ ਹੈ, ਜਿਹਦੇ ਤੋਂ ਸਰਕਾਰ ਡਰੀ ਪਈ ਹੈ, ਬੁਖਲਾ ਕੇ ਉੱਠਦੇ ਨੇ। ਰਾਤ ਨੂੰ ਕਿਤੇ ਪਰਿੰਦਾ ਪਰ ਵੀ ਮਾਰ ਜੇ ਤਾਂ ਮੈਂ ਹਾਸੇ ਵਾਲੀ ਗੱਲ ਤੁਹਾਨੂੰ ਦੱਸ ਦਿਆਂ, ਮੇਰਾ ਇੱਕ ਸੱਜਣ ਹੈ ਦਿੱਲੀ ਦੇ ਵਿੱਚ, ਉਹਦੇ ਕੋਲ ਟਰੈਕਟਰ ਹੈ, ਕਹਿੰਦਾ ਮੈਂ ਟਰੈਕਟਰ ਲੈ ਕੇ ਚਲਿਆ ਗਿਆ ਤੇ ਸਾਰੀ ਪੁਲਿਸ ਆ ਕੇ ਭੱਜ ਗਈ, ਕਿਸਾਨ ਆ ਗਏ ਕਿ ਇੱਕ ਟਰੈਕਟਰ ਦੇ ਕਿਸਾਨ ਹੁੰਦੇ ਨੇ। ਉਹਦੇ ਤੋਂ ਮਤਲਬ ਹੈ ਕਿ ਉਹ ਦਹਿਸ਼ਤ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਕਿਤੇ ਟਰੈਕਟਰ ਦੀ ਆਵਾਜ਼ ਵੀ ਸੁਣ ਲੈਣ। ਕਿਤੇ ਮੈਨੂੰ ਲੱਗਦਾ ਕਿ ਮੰਤਰੀਆਂ ਦੇ ਘਰ ਦੇ ਬਾਹਰ ਤੇ ਗੱਡੀ ਵੀ ਸਟਾਰਟ ਹੁੰਦੀ ਹੋਊ ਤੇ ਉਹਨਾਂ ਨੂੰ ਟਰੈਕਟਰ ਲੱਗਦਾ। ਇਹ ਹਾਲਾਤ ਹੋਏ ਪਏ ਨੇ, ਠੀਕ। ਔਰ ਅਸੀਂ ਉਹਨਾਂ ਹਾਲਾਤਾਂ ਨੂੰ ਸਮਝੀਏ ਵੀ ਡਰਿਆ ਹੋਇਆ ਤਾਂ ਗਲਤ ਕਰੇਗਾ ਹੀ, ਉਹਨਾਂ ਤੇ ਗਲਤ ਕਰਨਾ ਹੀ ਹੈ ਕਿਉਂਕਿ ਡਰੇ ਹੋਏ ਨੇ। ਜੇ 26 ਜਨਵਰੀ ਦਾ ਦੇਖਿਆ ਜਾਵੇ, ਕਿਸਾਨ ਆਗੂ ਵੀ ਫਿਰ ਡਰ ਗਏ ਸੀਗੇ, ਬੁਖਲਾਹਟ 'ਚ ਉੱਦਾਂ ਦਾ ਬੋਲ ਕੇ ਜਿਹੜਾ ਬਿਆਨ ਸਟੇਜ ਤੋਂ ਦਿੱਤੇ ਗਏ ਨੇ। ਨਹੀਂ, ਉਹ ਕੀ ਹੁੰਦਾ ਹੈ ਕਿਸੇ ਟਾਈਮ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਵੀ ਸੋਚੀਦਾ ਹੈ ਵੀ ਬਾਜੀਏ ਯਾਰ, ਹੈ ਨਾ, ਆਪਣੇ ਆਪ ਨੂੰ ਸੇਵ ਕਰ ਲਈਏ, ਭਲੇ ਹੀ ਉਹਦੇ 'ਚ ਹੋਰ ਧੱਸ ਜੀਏ। ਪਰ ਕੋਸ਼ਿਸ਼ ਹਰ ਕੋਈ ਕਰਦਾ, ਜਿਵੇਂ ਸਰਕਾਰ ਵੀ ਕਰ ਰਹੀ। ਉੱਥੇ ਕਿ ਜੇ ਸਾਡੀ ਗੱਲ ਜਿਹੜੀ ਹੈ ਕਿ ਅਸੀਂ ਵੀ ਸੋਚਿਆ ਵੀ ਸ਼ਾਇਦ ਇਸ ਤਰ੍ਹਾਂ ਦਾ ਬਿਆਨ ਦੇ ਕੇ ਅਸੀਂ ਬਚ ਜਾਵਾਂਗੇ, ਤਾਂ ਇਹ ਨਹੀਂ ਸੋਚਿਆ ਵੀ ਸਾਡੀ ਵਾਰੀ ਆਉਣੀ ਆ। ਇਹ ਵਾਰੀ ਸਾਰਿਆਂ ਨੂੰ ਚੁੱਕਣਗੇ ਇਕੱਲਾ ਕਰਕੇ। ਉਹ ਸਰਕਾਰ ਦੀ ਨੀਤੀ ਸੀਗੀ। ਤੇ ਜਿਹੜੀ ਮਹਾਰਾਜ ਦੀ ਰੈਲੀ ਤੁਸੀਂ ਕਰਦੇ ਹੋ, ਉਹ ਤਾਂ ਸਿਰਫ ਨੌਜਵਾਨਾਂ ਨੇ ਆਵਾਜ਼ ਪਹੁੰਚਾਈ ਆ ਵੀ ਅਸੀਂ ਇਕੱਲੇ ਨਹੀਂ ਹੈਗੇ, ਸਾਡਾ ਵੀ ਇਕੱਠ ਹੈ। ਇਹ ਵਹਿਮ ਆਪਣੇ ਦਿਲਾਂ 'ਚੋਂ ਕੱਢ ਲਓ। ਤੇ ਜੇ ਸਾਡੇ ਬਜ਼ੁਰਗਾਂ ਦਾ ਇਕੱਠ ਹੈ ਤਾਂ ਫਿਰ ਸਾਡਾ ਵੀ ਇਕੱਠ ਹੈ। ਤਾਂ ਸਰਕਾਰ ਨੇ
ਸੋਚਿਆ ਵਾ ਵੀ ਇਹਨਾਂ ਦੋਵਾਂ ਨੂੰ ਆਪੋ 'ਚ ਲੜਾ ਦਿੰਦੇ ਆ ਤੇ ਉਹ ਕੰਮ ਸਰਕਾਰ ਦੀ ਨੀਤੀ ਹੈ ਵੀ ਫੇਲ ਹੋਣੀ ਆ। ਮੈਂ ਇਹ ਗੱਲ ਦੱਸ ਦਿਆਂ, ਜੁੱਤੀਆਂ ਸਰਕਾਰ ਨੇ ਖਾਣੀਆਂ ਨੇ ਨਾ ਮੰਤਰੀਆਂ ਨੇ, ਤੇ ਆਵਾਜ਼ ਜਿਹੜੀ ਸਾਡੀ ਆ ਨਾ ਉਹ ਪਾਰਲੀਮੈਂਟ ਨੂੰ ਘੇਰਨ ਦੀ ਨਾਲੋਂ ਮੈਂ ਜ਼ਿਆਦਾ ਬੈਟਰ ਇਹ ਸਮਝਦਾ ਕਿ ਜੇਕਰ ਇੱਕ ਜਗ੍ਹਾ ਤੇ ਇਕੱਠੇ ਨੂੰ ਕਹਿੰਦੇ ਯੂਨੀਅਨ ਦੀ ਸਤਰੰਥ ਤੇ ਉਹ ਮੁੱਠੀ ਇੱਦਾਂ ਬੰਦ ਹੈ ਤਾਂ ਉਹਨੂੰ ਤੋੜਨਾ ਬਹੁਤ ਔਖਾ ਹੁੰਦਾ, ਤੇ ਜਦ ਐਂ ਹੁੰਦਾ ਤੇ ਤੋੜਨੇ ਬੜੇ ਸੌਖੇ ਨੇ। ਇਹ ਅਸੀਂ ਉੱਥੇ ਪਾਰਲੀਮੈਂਟ 'ਚ ਸਾਰੇ ਚੋਰਾਂ ਨੂੰ ਜੋ ਘੇਰਨਾ ਤੇ ਸਾਰੇ ਭਜਾ ਕੇ ਹਲਿਆ ਕਰਨੀ ਤੇ ਇੰਨੇ ਬੈਰੀਗੇਡ ਤੋੜਨੇ ਨੇ, ਸਾਰਾ ਕੁਝ ਕਰਨਾ। ਅਸੀਂ ਇਕੱਲੇ ਮੰਤਰੀ ਐਮਐਲਏ ਦਾ ਘਰ ਘੇਰਾਂਗੇ, ਉਹਨਾਂ ਦੀ ਘਰਾਂ ਨੂੰ ਜੇਲ੍ਹਾਂ 'ਚ ਤਬਦੀਲ ਕਰਾਂਗੇ, ਨਾ ਜੇਲ੍ਹ ਭਰੋ ਅੰਦੋਲਨ ਦੇਵਾਂਗੇ। ਠੀਕ ਹੈ ਜੀ, ਇਹ ਵੀ ਨਹੀਂ ਚੱਲਣਾ। ਜੇਲ੍ਹਾਂ ਬਣਾਵਾਂਗੇ ਐਮਐਲਏ ਮੰਤਰੀਆਂ ਦੇ, ਪਾਰਲੀਮੈਂਟ ਮੈਂਬਰਾਂ ਦੇ, ਉਹਨਾਂ ਦੇ ਘਰਾਂ ਨੂੰ, ਐਮਪੀਆਂ ਦੇ ਘਰਾਂ ਨੂੰ, ਐਮਐਲਏ ਦੇ ਘਰਾਂ ਨੂੰ, ਉਹਨਾਂ ਨੂੰ ਰੋਕਾਂਗੇ। ਉਹਨਾਂ ਦੇ ਘਰਾਂ ਦੇ ਗਾੜੀ ਟਰੈਕਟਰ ਲਾਵਾਂਗੇ ਤੇ ਜਿੱਥੇ ਕਿਤੇ ਪੰਜਾਬ ਵਾਲਿਆਂ ਨੇ ਉਹ ਕਿਹਾ ਹੋਊ ਉੱਥੇ ਹਰਿਆਣੇ ਵਾਲੇ ਗਾਣੇ ਵਜਾਵਾਂਗੇ, ਹਰਿਆਣੇ ਵਾਲੇ ਗਾਣਿਆਂ ਤੇ ਡਾਂਸ ਕਰਾਂਗੇ। ਜਿੱਥੇ ਕਿ ਜੇ ਹਰਿਆਣੇ ਵਾਲੇ ਰੋਕਣਗੇ ਉਹਨਾਂ ਨੂੰ ਹੱਥ ਜੋੜ ਦਾਂਗੇ ਵੀ ਤੁਸੀਂ ਜਰਾ ਕਿ ਬੰਗਾਲ ਵਾਲੇ, ਤਮਿਲਨਾਡੂ ਸਮਝ ਭਾਵੇਂ ਨਾ ਆਵੇ, ਡਾਂਸ ਜ਼ਰੂਰ ਕਰੀ ਜਾਓ ਇਹਦੇ ਤੇ। ਠੀਕ ਹੈ। ਔਰ ਜਿੱਥੇ ਕਿ ਜੇ ਕਿਤੇ ਬੰਗਾਲ ਵਾਲਿਆਂ ਰੋਕਿਆ ਹੋਊ ਉਹਨਾਂ ਨੂੰ ਕਵਾਂਗੇ ਹਰਿਆਣੇ ਵਾਲਿਆਂ ਤੇ ਕਰੋ। ਮਤਲਬ ਇੱਕ ਮੈਸੇਜ ਪਹੁੰਚਾਉਣਾ ਵੀ ਅਸੀਂ ਇਕੱਠੇ ਆ, ਭਾਵੇਂ ਉਹ ਬੰਗਾਲ ਹੈ, ਹਰਿਆਣਾ ਹੈ, ਕੁਝ ਵੀ ਆ, ਸਾਡਾ ਇਹ ਮੁੱਦਾ ਇਕੱਠਿਆਂ ਦਾ ਤੇ ਅਸੀਂ ਇਕੱਠੇ ਆ। ਉਹਦੇ ਬਾਅਦ ਵੀ ਨੌਜਵਾਨਾਂ ਨੂੰ ਕਵਾਂਗੇ ਵੀ ਹਾਰਨਾ ਤੋਂ ਹੱਥ ਨਾ ਚੁੱਕਿਓ, ਵਜਾਉਂਦੇ ਹੀ ਰਹੋ ਦਿਨ ਰਾਤ 24 ਘੰਟੇ, ਨਾ ਸੌਣਾ ਨਾ ਸੌਣ ਦੇਣਾ। ਤੇ 72 ਕੁ ਘੰਟੇ ਮੈਨੂੰ ਲੱਗਦਾ ਵੀ ਸਰਕਾਰ ਦੇ ਐਮਐਲਏ ਮੰਤਰੀ ਜਿਹੜੇ ਕੱਢਣਗੇ ਅੰਦਰ ਹੀ ਮਰ ਜਾਣਾ ਉਹਨਾਂ ਨੇ। ਜੀ ਜੀ, ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਆਗੂ। ਕਿਤੇ ਨਾ ਕਿਤੇ ਨੌਜਵਾਨ ਨੇ ਜਿਹੜੇ ਉਹ ਨਾਰਾਜ਼ ਚੱਲ ਰਹੇ ਸੀਗੇ, ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਜੋ ਤਾਲਮੇਲ ਆ ਉਹ ਨਹੀਂ ਹੋ ਰਿਹਾ, ਕਿਤੇ ਨਾ ਕਿਤੇ ਕਮੀਆਂ ਰਹੀਆਂ ਨੇ, ਉਹਨਾਂ ਨੂੰ ਦੂਰ ਕਰਾਂਗੇ ਤੇ ਸਰਕਾਰ ਨੂੰ ਅੱਗੇ ਇਦਾਂ ਦਾ ਪ੍ਰੋਗਰਾਮ ਦਵਾਂਗੇ ਕਿ ਸਰਕਾਰ ਨੂੰ ਵਕਤ ਪੈ ਜਾਊਗਾ ਇਹ ਕਾਲੇ ਕਾਨੂੰਨ ਨੇ ਜਿਹੜੇ ਉਹ ਰੱਦ ਕਰਨੇ ਪੈਣੇ ਨੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ।